ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਕੜੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਇੱਕ ਨਾ ਭਾਈ ਗੁਰਕਿਰਪਾਲ ਸਿੰਘ ਜੀ ਹੋਏ ਆ। ਇਹ ਜਿਹੜੇ ਗੁਰਕਿਰਪਾਲ ਸਿੰਘ ਜੀ ਸੀਗੇ, ਇਹ ਸੰਤ ਸੇਵੀ ਭਗਤ ਸੀਗੇ ਤੇ ਤਕਰੀਬਨ 18 ਘੰਟੇ ਜਿਹੜੇ ਸੀਗੇ ਇਹ ਨਾਮ ਅਭਿਆਸ ਸਿਮਰਨ ਕਰਦੇ ਹੁੰਦੇ ਸੀਗੇ। ਉਸ ਤੋਂ ਬਾਅਦ ਇਹਨਾਂ ਦਾ ਇੱਕ ਨੇਮ ਹੁੰਦਾ ਸੀਗਾ ਕਿ 5 ਪਾਠ ਇਹਨੇ ਰੋਜ਼ਾਨਾ ਸੁਖਮਨੀ ਸਾਹਿਬ ਦੇ ਕਰਨੇ ਆ। ਤੇ ਜਿਸ ਕਰਕੇ ਇਹਨਾਂ ਦਾ ਜਿਹੜਾ ਸਰੀਰ ਸੀਗਾ ਨਾ ਕਮਜ਼ੋਰ ਹੋ ਗਿਆ ਸੀਗਾ ਤੇ ਪਿੰਡ ਦੇ ਲੋਕੀ ਆਮ ਕਰਕੇ ਇਹਨਾਂ ਨੂੰ ਝੱਲਾ ਕਹਿੰਦੇ ਸੀਗੇ। ਪਰ ਇਹਨਾਂ ਦੀ ਜਿਹੜੀ ਸੁਰਤ ਸੀਗੀ ਬਹੁਤ ਉੱਚੀ ਸੀਗੀ। ਜ਼ਿਆਦਾ ਸਿਮਰਨ ਸਾਧਨਾ 'ਚ ਧਿਆਨ ਹੋਣ ਕਾਰਨ ਇਹਨਾਂ ਦਾ ਧਿਆਨ ਜਿਹੜਾ ਸੀਗਾ ਸਿਹਤ ਸੰਭਾਲ ਵੱਲ ਜਰਾ ਘੱਟ ਜਾਂਦਾ ਸੀਗਾ। ਪਰ ਫਿਰ ਵੀ ਜਿਹੜਾ ਮਨ ਸੀਗਾ ਨਾ ਬਹੁਤ ਚੜ੍ਹਦੀਆਂ ਕਲਾਂ ਦੇ ਵਿੱਚ ਸੀਗਾ। ਇਸ ਕਰਕੇ ਇਹਨਾਂ ਨੂੰ ਜਿਹੜੇ ਆਮ ਜਿਹੜੇ ਪ੍ਰੇਮੀ ਸੀ ਉਹ ਭਗਤ ਜੀ ਵੀ ਆਖ ਦਿੰਦੇ ਸੀਗੇ। ਸੋ ਇਹਨਾਂ ਦੇ ਇੱਕ ਮਿੱਤਰ ਸੀ ਸੰਤ ਲਹੀਰੀ ਜੀ। ਇਹ ਜਿਹੜੇ ਸੰਤ ਲਹੀਰੀ ਜੀ ਸੀ ਇਹ ਅਕਸਰ ਸੰਤ ਸੁਜਾਨ ਸਿੰਘ ਹੋਣਾ ਦਾ ਜਿਹੜਾ ਕੀਰਤਨ ਵਾ ਇਹ ਸੁਣਿਆ ਕਰਦੇ ਸੀਗੇ। ਅਤੇ ਸੰਤ ਸੁਜਾਨ ਸਿੰਘ ਜੀ ਕੀਰਤਨ ਦੇ ਵਿੱਚ ਸੰਤ ਬਾਬਾ ਨੰਦ ਸਿੰਘ ਅਤੇ ਸੰਤ ਬਾਬਾ ਈਸ਼ਰ ਸਿੰਘ ਹੋਣਾ ਦੀ ਜਿਹੜੀ ਸੀਗੀ ਮਹਿਮਾ ਸੰਗਤਾਂ ਨੂੰ ਸੁਣਾਉਂਦੇ ਹੁੰਦੇ ਸੀਗੇ। ਅਤੇ ਇਹ ਜਿਹੜੀ ਸਾਰੀ ਗੱਲਬਾਤ ਸੀਗੀ ਸੰਤ ਲਹੀਰੀ ਜੀ ਜਿਹੜੇ ਇਹ ਸਾਰੀ ਗੱਲਬਾਤ ਸੰਤ ਗੁਰਕਿਰਪਾਲ ਸਿੰਘ ਹੋਣਾ ਨੂੰ ਜਿਹੜੇ ਸੀਗੇ ਜਾ ਕੇ ਸੁਣਾਉਂਦੇ ਹੁੰਦੇ ਸੀ। ਅਤੇ ਨਾਲ ਕਹਿੰਦੇ ਹੁੰਦੇ ਸੀਗੇ ਕਿ ਆਪਾਂ ਇਕੱਠੇ ਹੋ ਕੇ ਬਾਬਾ ਈਸ਼ਰ ਸਿੰਘ ਹੋਣਾ ਦੇ ਦਰਸ਼ਨ ਕਰਨ ਚੱਲੀਏ। ਪਰ ਸੰਤ ਗੁਰਕਿਰਪਾਲ ਸਿੰਘ ਜੀ ਉਹ ਕਹਿੰਦੇ ਹੁੰਦੇ ਸੀਗੇ ਕਿ ਦੇਖੋ, ਅਗਰ ਮਹਾਂਪੁਰਖਾਂ ਦਾ ਜਿਹੜਾ ਸਾਡੇ ਨਾਲ ਪਿਆਰ ਹੋਇਆ ਉਹ ਮੈਨੂੰ ਆਪ ਇੱਥੇ ਜਾ ਆ ਕੇ ਦਰਸ਼ਨ ਦੇਣਗੇ, ਮੈਨੂੰ ਆਪ ਬੁਲਾਉਣਗੇ। ਜਦ ਤੱਕ ਉਹ ਆਪ ਨਹੀਂ ਬੁਲਾਉਂਦੇ ਤਦ ਤੱਕ ਮੈਂ ਕਿਤੇ ਨਹੀਂ ਜਾਣਾ, ਨਾ ਕਿਸੇ ਨੂੰ ਮੰਨਣਾ ਹੈਗਾ। ਅਤੇ ਬਾਕੀ ਰਹੀ ਸੇਵਾ ਦੀ ਗੱਲ, ਕਹਿੰਦੇ ਸੇਵਾ ਜੋ ਮੇਰੇ ਤੋਂ ਜਿੰਨੀ ਹੁੰਦੀ ਆ ਉਹ ਤਾਂ ਮੈਂ ਕਰੀ ਜਾਣੀ ਹੈਗੀ ਆ। ਇਹ ਸਾਰੀ ਗੱਲਬਾਤ ਸੁਣ ਕੇ ਜਿਹੜੇ ਲਹੀਰੀ ਸੰਤ ਸੀਗੇ ਚੁੱਪ ਕਰ ਜਾਂਦੇ ਸੀਗੇ। ਇੱਕ ਵਾਰ ਸੰਤ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀਗੇ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨਾਂ ਵਾਸਤੇ ਗਏ ਆ। ਜਦੋਂ ਵਾਪਸ ਆਏ ਇਹਨਾਂ ਨੇ ਕੀਤਾ ਇਸੇ ਪਿੰਡ ਦੇ ਲਾਗੇ ਨਹਿਰ ਦੀ ਪਟੜੀ ਦੇ ਉੱਤੇ ਜਿਹੜੀ ਸੀ ਗੱਡੀਆਂ ਰੋਕੀਆਂ ਅਤੇ ਬਾਬਾ ਈਸ਼ਰ ਸਿੰਘ ਜਿਹੜੇ ਸੀਗੇ ਉੱਥੇ ਸੈਰ ਕਰਨ ਲੱਗ ਪਏ ਗੱਡੀ ਰੋਕ ਕੇ। ਜਦ ਉਸ ਪਟੜੀ 'ਤੇ ਸੈਰ ਕਰਨ ਲੱਗ ਪਏ ਤਾਂ ਜਦ 20 ਕੁ ਮਿੰਟ ਹੋਏ ਇੱਕ ਸੇਵਾਦਾਰ ਬਾਬਾ ਈਸ਼ਰ ਸਿੰਘ ਹੋਣਾ ਕੋ ਆਇਆ। ਕਹਿੰਦੇ ਮਹਾਂਪੁਰਖੋ ਟਾਈਮ ਜ਼ਿਆਦਾ ਹੋ ਗਿਆ, ਚਲੋ ਆਪਾਂ ਨਾਨਕਸਰ ਚੱਲਦੇ ਹਾਂ। ਬਾਬਾ ਜੀ ਕਹਿਣ ਲੱਗੇ ਕੋਈ ਨਹੀਂ, ਥੋੜ੍ਹਾ ਰੁਕ ਜਾ। ਅਤੇ ਬਾਬਾ ਜੀ ਫਿਰ ਵੀ ਉੱਥੇ ਤਕਰੀਬਨ 1 ਘੰਟਾ ਜਿਹੜੇ ਸੀਗੇ ਉਸ ਪਟੜੀ ਦੇ ਉੱਤੇ ਸੈਰ ਕਰਦੇ ਰਹੇ। ਇੰਝ ਪ੍ਰਤੀਤ ਹੁੰਦਾ ਸੀਗਾ ਕਿ ਜਿਵੇਂ ਕਿਸੇ ਦੀ ਉਡੀਕ ਕਰ ਰਹੇ ਹੋ। ਅਤੇ ਇਸੇ ਤਰ੍ਹਾਂ ਜਿਹੜੇ ਸੰਤ ਗੁਰਕਿਰਪਾਲ ਸਿੰਘ ਸੀਗੇ ਇਹਨਾਂ ਨੂੰ ਇੱਕ ਗੈਬੀ ਆਵਾਜ਼ ਕੰਨਾਂ 'ਚ ਪਈ। ਕਹਿੰਦੇ ਭਾਈ, ਜਿਸ ਮਹਾਤਮਾ ਦੀ, ਜਿਸ ਸੰਤ ਮਹਾਂਪੁਰਖ ਦੀ ਤੂੰ ਰੋਜ਼ ਜਿਹੜੀ ਆ ਆਪਣੇ ਮਨ ਦੇ ਵਿੱਚ ਯਾਦ ਕਰਦਾ ਆਵਾਜ਼ਾਂ ਮਾਰਦਾ ਹੈਗਾ, ਉਹ ਜਿਹੜੇ ਮਹਾਂਪੁਰਖ ਆ ਤੈਨੂੰ ਉਸ ਨਹਿਰ ਦੀ ਪਟੜੀ ਦੇ ਉੱਤੇ ਉਡੀਕ ਰਹੇ ਆ। ਜਦ ਇਹ ਜਿਹੜੀ ਗੈਬੀ ਆਵਾਜ਼ ਸੀਗੀ ਇਹ ਸੰਤ ਗੁਰਕਿਰਪਾਲ ਸਿੰਘ ਉਹਨਾਂ ਦੇ ਕੰਨੀ ਪਈ, ਉਹ ਹੈਰਾਨ ਹੋ ਗਏ। ਫਿਰ ਉਸੇ ਟਾਈਮ ਉਹਨਾਂ ਨੇ ਕੀ ਕੀਤਾ, ਇੱਕ ਦੁੱਧ ਦੀ ਗੜਬੀ ਜਿਹੜੀ ਹੱਥ 'ਚ ਫੜ ਲਈ ਅਤੇ ਦੁੱਧ ਭਰ ਕੇ ਅਤੇ ਜਦ ਨਹਿਰ ਦੀ ਪਟੜੀ 'ਤੇ ਗਏ ਆ, ਜਦ ਕੀ ਦੇਖਿਆ ਕਿ ਉੱਥੇ ਬਕਾਇਕਾਰਾਂ ਦਾ ਕਾਫਲਾ ਖੜਾ ਅਤੇ ਬਾਬਾ ਈਸ਼ਰ ਸਿੰਘ ਜੀ ਜਿਹੜੇ ਉਸ ਪਟੜੀ ਦੇ ਉੱਤੇ ਜਿਹੜੇ ਉਹ ਟਹਿਲ ਰਹੇ ਆ। ਗੁਰਕਿਰਪਾਲ ਸਿੰਘ ਹੁਣਾਂ ਨੇ ਜਾ ਕੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਮੱਥਾ ਟੇਕਿਆ। ਜਦ ਮੱਥਾ ਟੇਕਿਆ ਅਤੇ ਬਾਬਾ ਜੀ ਇਹਨਾਂ ਨੂੰ ਕਹਿਣ ਲੱਗੇ, ਕਹਿੰਦੇ ਕਿਉਂ ਭਾਈ ਜੀ ਤੁਸੀਂ ਆ ਗਏ ਆ? ਜਦ ਇੰਨੀ ਗੱਲ ਹੋਈ ਹੈ ਅਤੇ ਕਹਿੰਦੇ ਹਾਂ ਸੱਚੇ ਪਾਤਸ਼ਾਹ ਮੈਂ ਪਹੁੰਚ ਗਿਆ ਹੈਗਾ। ਬਾਬਾ ਜੀ ਜਦੋਂ ਇਸ ਤਰ੍ਹਾਂ ਇਹਨਾਂ ਨੂੰ ਪੁੱਛਿਆ ਸੀਗਾ ਫਿਰ ਬਾਬਾ ਜੀ ਨੇ ਕਿਹਾ, ਕਹਿੰਦੇ ਵੀ ਹਾਂ ਇਹ ਦੱਸ ਵੀ ਇੱਥੋਂ ਪਿੰਡ ਕਿੰਨੀ ਕੁ ਦੂਰ ਆ? ਫਿਰ ਜਿਹੜੇ ਸੇ ਗੁਰਕਿਰਪਾਲ ਸਿੰਘ ਜੀ ਕਹਿਣ ਲੱਗੇ ਵੀ ਤਕਰੀਬਨ 1 ਮੀਲ ਦੂਰ ਆ। ਇਹ ਕਹਿੰਦੇ ਗੁਰਕਿਰਪਾਲ ਸਿੰਘ ਉਹਨਾਂ ਨੇ ਜਿਹਦੇ ਹੱਥ ਦੇ ਵਿੱਚ ਦੁੱਧ ਦੀ ਗੜਬੀ ਫੜੀ ਸੀ ਉਹ ਮਹਾਂਪੁਰਖਾਂ ਦੀ ਭੇਟਾ ਕੀਤੀ ਅਤੇ ਬਾਬਾ ਜੀ ਨੇ ਆਪਣੇ ਸੇਵਕ ਨੂੰ ਕਹਿਣ ਲੱਗੇ, ਕਹਿੰਦੇ ਵੀ ਇਸ ਤਰ੍ਹਾਂ ਕਰ, ਇਸ ਗੜਬੀ ਦੇ ਵਿੱਚੋਂ ਥੋੜ੍ਹਾ ਦੁੱਧ ਪ੍ਰਸ਼ਾਦ ਦੇ ਵਜੋਂ ਜਿਹੜਾ ਹੈਗਾ ਇਹਨਾਂ ਨੂੰ ਵਾਪਸ ਦੇ ਦੇ। ਉਹ ਸੇਵਾਦਾਰ ਨੇ ਕੀਤਾ, ਗੜਬੀ ਦਾ ਜਿਹੜਾ ਬਾਕੀ ਦੁੱਧ ਸੀਗਾ ਉਹ ਪਾ ਲਿਆ ਅਤੇ ਥੋੜ੍ਹਾ ਜਿਹਾ ਵਿੱਚ ਰਹਿ ਕੇ ਉਹ ਗੜਬੀ ਦੁਬਾਰਾ ਭਗਤ ਗੁਰਕਿਰਪਾਲ ਸਿੰਘ ਹੁਣਾਂ ਦੇ ਹੱਥ 'ਚ ਫੜਾਤੀ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਇਹਨਾਂ ਦੇ ਚਿਹਰੇ ਵੱਲ ਦੇਖ ਕੇ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਡਟ ਕੇ ਮੋਰਚਾ ਲਾਓ, ਬਸ ਢਿੱਲੇ ਨਹੀਂ ਪੈਣਾ। ਜਦ ਇੰਨੀ ਗੱਲ ਬਾਬਾ ਈਸ਼ਰ ਸਿੰਘ ਹੁਣਾਂ ਨੇ ਗੁਰਕਿਰਪਾਲ ਸਿੰਘ ਹੁਣਾਂ ਨੂੰ ਕਹੀ ਅਤੇ ਇਹਨਾਂ ਨੇ ਹੱਥ ਜੋੜ ਦਿੱਤੇ। ਇੰਨੀ ਗੱਲ ਕਹਿ ਕੇ ਮਹਾਂਪੁਰਖਾਂ ਨੇ ਇਹਦਾ ਜਿਹੜਾ ਜਪ ਤਪ ਕਰਨ ਦਾ ਜੋ ਮਨ ਦੇ ਵਿੱਚ ਬੜਾ ਉਤਸ਼ਾਹ ਸੀਗਾ, ਬਸ ਉਸ ਜਪ ਤਪ ਨੂੰ ਸਫਲਾ ਕਰਨ ਵਾਸਤੇ ਸਮਝ ਲਓ ਇੱਕ ਵਰਦਾਨ ਦੇ ਦਿੱਤਾ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਜੀ ਆਪਣੀ ਗੱਡੀ 'ਚ ਬੈਠੀ ਅਤੇ ਨਾਨਕਸਰ ਚਲੇ ਗਏ। ਜਦ ਨਾਨਕਸਰ ਚਲੇ ਗਏ ਦੁਬਾਰਾ ਫਿਰ ਜਦੋਂ ਅੰਮ੍ਰਿਤਸਰ ਦੁਬਾਰਾ ਫਿਰ ਦਰਬਾਰ ਸਾਹਿਬ ਜਦ ਮੱਥਾ ਟੇਕਣ ਗਏ
ਫਿਰ ਇਹਨਾਂ ਨੂੰ ਹਨਾ ਭਗਤ ਜੀ ਜਿਹੜੇ ਸੀਗੇ ਗੁਰਕਿਰਪਾਲ ਸਿੰਘ ਹੋਣੀ, ਇਹਨਾਂ ਨੂੰ ਹੁਣ ਇੱਕ ਦਰਗਾਹੀ ਫੋਨ ਬਾਬਾ ਈਸ਼ਰ ਸਿੰਘ ਹੋਣਾ ਨੇ ਕੀਤਾ। ਉਹਦੇ ਵਿੱਚ ਕੀਤਾ ਕਿ ਅਸੀਂ ਜਿਹੜੇ ਹੈ ਆਉਣ ਲੱਗੇ ਤੇਰੀ ਹੈ ਨਾ ਨਹਿਰ ਦੇ ਉੱਤੇ ਜਿਹੜੇ ਹੈਗੇ ਤੇਰੀ ਇੰਤਜ਼ਾਰ ਕਰਾਂਗੇ। ਜਦ ਇੰਨੀ ਗੱਲ ਹੋਈ ਤੇ ਇਹ ਦਰਗਾਹੀ ਫੋਨ ਦੀ ਘੰਟੀ ਖੜਕਦਿਆਂ ਹੀ ਭਗਤ ਗੁਰਕਿਰਪਾਲ ਸਿੰਘ ਮਹਾਂਪੁਰਖ ਜਿਹੜੇ ਸੀਗੇ ਇਹ ਕੁਝ ਸੰਗਤ ਲੈ ਕੇ ਉਸ ਪਟੜੀ 'ਤੇ ਪਹੁੰਚ ਗਏ। ਜਦ ਉਸ ਪਟੜੀ 'ਤੇ ਪਹੁੰਚੇ ਆ ਤੇ ਬਾਬਾ ਜੀ ਨੇ ਜਦੋਂ ਹਨਾ ਇਹਨਾਂ ਦੇ ਚਿਹਰੇ ਵੱਲ ਬੜੀ ਗੌਰ ਨਾਲ ਤੱਕਿਆ ਤੇ ਇਹਨਾਂ ਨੂੰ ਕਹਿਣ ਲੱਗੇ, ਕਹਿੰਦੇ ਵੀ ਤੇਰੇ ਵਾਲ ਜਿਹੜੇ ਆ ਇਹਨਾਂ ਨੂੰ ਕੀ ਹੋ ਗਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਗੁਰਕਿਰਪਾਲ ਸਿੰਘ ਜਿਹੜੇ ਸੀਗੇ ਸੰਤ ਕਹਿਣ ਲੱਗੇ, ਕਹਿੰਦੇ ਜੀ ਅਗਜੀਮੇ ਦੀ ਇੱਕ ਬਿਮਾਰੀ ਆ, ਉਹਦੇ ਕਰਕੇ ਮੇਰੇ ਸਾਰੇ ਵਾਲ ਝੜ ਗਏ ਆ ਅਤੇ ਮੈਂ ਬਹੁਤ ਕੋਸ਼ਿਸ਼ ਕੀਤੀ, ਦਵਾਈਆਂ ਦਾਰੀਆਂ ਖਾਧੀਆਂ, ਪਰ ਕਿਸੇ ਤਰ੍ਹਾਂ ਕੋਈ ਫਰਕ ਨਹੀਂ ਪਿਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਨੇ ਹੈ ਨਾ ਇਹਦੇ ਸਿਰ ਦੇ ਉੱਤੇ ਐਂ ਕਰਕੇ ਜਿਹੜਾ ਹੈ ਨਾ ਹੱਥ ਫੇਰ ਦਿੱਤਾ। ਜਦ ਹੱਥ ਫੇਰ ਦਿੱਤਾ ਅਤੇ ਇਹਨਾਂ ਨੇ ਹੱਥ ਜੋੜ ਦਿੱਤੇ ਅਤੇ ਇਹਨਾਂ ਦੇ ਮਨ ਦੇ ਵਿੱਚ ਸਮਝ ਲਿਆ ਕਿ ਆਹ ਜਿਹੜੀ ਦਵਾਈ ਅਸੀਸ ਦੀ ਆ, ਮਹਾਂਪੁਰਖਾਂ ਦੇ ਹੱਥਾਂ ਦੀ ਛੋਹ ਆ, ਹੁਣ ਜਿਹੜੇ ਮੇਰੇ ਵਾਲ ਝੜਨੋਂ ਹੈ ਨਾ ਹਟ ਜਾਣਗੇ। ਉਹੀ ਗੱਲ ਹੋਈ ਬਸ। ਉਹ ਤੋਂ ਬਾਅਦ ਫਿਰ ਹੈ ਨਾ ਭਗਤ ਗੁਰਕਿਰਪਾਲ ਸਿੰਘ ਹੋਣਾ ਦੇ ਜਿਹੜੇ ਸੀਗੇ ਵਾਲ ਫਿਰ ਦੁਬਾਰਾ ਜਿਹੜੇ ਸੀਗੇ ਮੁੜ ਕੇ ਭਰਪੂਰ ਜਿਹੜੇ ਸੀਗੇ ਉਹ ਚਮੜੀ ਦੇ ਉੱਤੇ ਆ ਗਏ ਸੀ। ਮਹਾਂਪੁਰਖਾਂ ਦੀ ਐਸੀ ਕਿਰਪਾ ਦ੍ਰਿਸ਼ਟੀ ਜਿਹੜੀ ਸੀ ਹੋਈ ਸੀ। ਇਸ ਤਰ੍ਹਾਂ ਮਹਾਂਪੁਰਖਾਂ ਨੇ ਹੈ ਨਾ ਫਿਰ ਭਗਤ ਜੀ ਨੂੰ ਇਹ ਗੱਲ ਆਖ ਦਿੱਤੀ, ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਨਾਨਕਸਰ ਆਇਓ। ਜਦ ਇੰਨੀ ਗੱਲ ਹੋਈ ਹੈ ਤਾਂ ਇਹ ਜਿਹੜਾ ਸੀਗਾ ਨਾਨਕਸਰ ਆਉਣ ਦਾ ਜਿਹੜਾ ਸੱਦਾ ਸੀਗਾ ਬਾਬਾ ਈਸ਼ਰ ਸਿੰਘ ਹੋਣਾ ਨੇ ਜਦ ਇਹਨਾਂ ਨੂੰ ਦਿੱਤਾ ਹੈਗਾ, ਇਹਨਾਂ ਨੇ ਅੱਗੋਂ ਸਤ ਬਚਨ ਬੋਲਿਆ ਹੈਗਾ। ਉਸ ਤੋਂ ਬਾਅਦ ਫਿਰ ਇਹ ਜਿਹੜੇ ਸੀਗੇ ਫਿਰ ਨਾਨਕਸਰ ਜਿਹੜੇ ਸੀਗੇ ਭਗਤ ਗੁਰਕਿਰਪਾਲ ਸਿੰਘ ਹੋਣੀ ਗਏ। ਜਦ ਉੱਥੇ ਗਏ, ਉੱਥੇ ਜਾ ਕੇ ਮਹਾਂਪੁਰਖਾਂ ਨੂੰ ਜਿਹੜਾ ਜਾ ਕੇ ਮੱਥਾ ਟੇਕਿਆ, ਦਰਸ਼ਨ ਕੀਤੇ। ਦਰਸ਼ਨ ਕਰਕੇ ਫਿਰ ਸੰਤਾਂ ਨੇ ਹੈ ਨਾ ਫਿਰ ਇਹਨਾਂ ਦੀ ਸਾਰੀ ਜਿਹੜੀ ਸੁੱਖ ਸ਼ਾਂਤ ਪੁੱਛੀ। ਉਸ ਤੋਂ ਬਾਅਦ ਫਿਰ ਭਗਤ ਜੀ ਨੇ ਹੈ ਨਾ ਮਹਾਂਪੁਰਖਾਂ ਨੂੰ ਆਖਿਆ, ਕਹਿੰਦੇ ਮਹਾਂਪੁਰਖੋ ਤੁਸੀਂ ਇਸ ਤਰ੍ਹਾਂ ਕਰੋ, ਸਾਡੇ ਪਿੰਡ ਹੈ ਨਾ ਗਿਲਵਾਲੀ ਜਾ ਕੇ ਹੈ ਨਾ ਉੱਥੇ ਤੁਸੀਂ ਹੈ ਨਾ ਦਰਸ਼ਨ ਦੇਵੋ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਦੇ ਜਿਹੜੇ ਸੀ ਮੁੱਖ 'ਚੋਂ ਨਿਕਲਿਆ, ਕਹਿੰਦੇ ਵੀ ਦੇਖ ਜੇ ਹੈ ਨਾ ਨੱਕੇ ਤੋਂ ਪਾਣੀ ਮਿਲ ਜਾਵੇ ਪਿੱਛੋਂ ਫਿਰ ਬੰਨ੍ਹ ਕੇ ਆਉਣ ਦੀ ਕੀ ਜ਼ਰੂਰਤ ਹੈਗੀ ਆ। ਇਹ ਇੱਕ ਇਸ਼ਾਰਾ ਦੇ ਦਿੱਤਾ ਕਿ ਅਸੀਂ ਤੈਨੂੰ ਹੈ ਨਾ ਉਸ ਨਹਿਰ ਦੀ ਪਟੜੀ 'ਤੇ ਜਾਂਦੇ ਜਾਂਦੇ ਜ਼ਰੂਰ ਦਰਸ਼ਨ ਦੇਵਾਂਗੇ। ਇਸ ਤਰ੍ਹਾਂ ਨਾ ਮਹਾਂਪੁਰਖ 2-3 ਵਾਰੀ ਗਏ। ਜਦੋਂ 2-3 ਵਾਰੀ ਗਏ ਆਲੇ ਦੁਆਲੇ ਸੰਗਤ ਜਿਹੜੀ ਸੀ ਪਟੜੀ 'ਤੇ ਇਕੱਠੀ ਹੋ ਗਈ। ਮਹਾਂਪੁਰਖ ਨੂੰ ਕਹਿਣ ਲੱਗੇ, ਕਹਿੰਦੇ ਮਹਾਂਪੁਰਖ ਨੇ ਕਿ ਪਟੜੀ 'ਤੇ ਦੀਵਾਨ ਲਾਓ। ਬਾਬਾ ਜੀ ਕਹਿੰਦੇ ਦੀਵਾਨ ਤਾਂ ਲਾ ਦਈਏ ਜੇ ਇੱਥੇ ਸਾਰੇ ਗਾਹਕ ਹੋ ਜਾਣ। ਜਦ ਇੰਨੀ ਗੱਲ ਹੋਈ ਸੰਗਤ ਇਸ਼ਾਰਾ ਸਮਝ ਗਈ। ਕਹਿੰਦੇ ਮਹਾਂਪੁਰਖ ਕੋਈ ਗੱਲ ਨਹੀਂ, ਅਸੀਂ ਇੱਥੇ ਗਾਹਕ ਬਹੁਤ ਆਪ ਜੀ ਦੇ ਜੋ ਆਪ ਨੇ ਸੌਦਾ ਵੇਚਣਾ ਹੈਗਾ ਅਤੇ ਇੱਥੇ ਗਾਹਕ ਬਹੁਤ ਇਕੱਠੇ ਹੋ ਜਾਣੇ, ਤੁਸੀਂ ਇੱਥੇ ਦੀਵਾਨ ਲਾਵੋ। ਦੇਖੋ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਨਾ ਫਿਰ ਇੱਥੇ ਇੱਕ ਦੀਵਾਨ ਲਾਇਆ। ਜਦ ਦੀਵਾਨ ਲਾਇਆ ਭਾਰੀ ਗਿਣਤੀ 'ਚ ਸੰਗਤ ਇਕੱਠੀ ਹੋਈ ਅਤੇ ਜਦੋਂ ਫਿਰ ਮਹਾਂਪੁਰਖਾਂ ਨੇ ਅੰਮ੍ਰਿਤ ਦੀ ਜਿਹੜੀ ਮਹਾਨਤਾ ਸੀਗੀ ਉਹ ਸਾਰੀ ਸੰਗਤ ਦੇ ਵਿੱਚ ਦੱਸੀ ਅਤੇ 700 ਤੋਂ ਵੱਧ ਪ੍ਰਾਣੀਆਂ ਨੇ ਜਿਹੜਾ ਸੀਗਾ ਨਾ ਉਹਨਾਂ ਟਾਈਮਾਂ ਦੇ ਵਿੱਚ ਫਿਰ ਅੰਮ੍ਰਿਤ ਛਕਿਆ। ਜਦ ਅੰਮ੍ਰਿਤ ਛਕਿਆ ਫਿਰ ਬਾਬਾ ਜੀ ਨੇ ਖੁਸ਼ ਹੋ ਕੇ ਨਾ ਜਿਹੜੀ ਸੰਗਤ ਸੀ ਉਹਨੂੰ ਪੁੱਛਿਆ ਵੀ ਆਹ ਜਿਹੜਾ ਨਾਲ ਦਾ ਪਿੰਡ ਵਾ ਇਹਦਾ ਨਾਮ ਕੀ ਹੈਗਾ। ਇੰਨੀ ਗੱਲ ਹੋਈ ਤਾਂ ਕੋਲ ਹੈ ਨਾ ਭਾਈ ਤਾਰਾ ਸਿੰਘ ਜੀ ਜਿਹੜੇ ਸੀਗੇ ਉਹ ਬੋਲ ਪਏ। ਉਹ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਇਸ ਪਿੰਡ ਦੇ ਜਿੰਨੇ ਵੀ ਜਿਹੜੇ ਗੋਤੀ ਹੈਗੇ ਆ ਉਹ ਆਪ ਜੀ ਦੇ ਗੋਤੀ ਦੇ ਨਾਲ ਜਿਹੜੇ ਆ ਉਹ ਮਿਲਦੇ ਹੈਗੇ ਆ। ਭਾਵ ਕਿ ਜੋ ਗੋਤ ਬਾਬਾ ਈਸ਼ਰ ਸਿੰਘ ਦਾ ਉਹੀ ਜਿਹੜਾ ਸੀਗਾ ਉਸ ਪਿੰਡ ਦਾ ਹੈਗਾ। ਇਸ ਕਰਕੇ ਉਹਨਾਂ ਨੇ ਕਿਹਾ ਸੀ ਇਸ ਪਿੰਡ ਦਾ ਜਿਹੜਾ ਨਾਂ ਹੈ ਨਾ ਉਹ ਗਿਲਵਾਰੀ ਆ। ਭਾਵ ਕੀ ਆ, ਇਹ ਗਿੱਲਾਂ ਦਾ ਪਿੰਡ ਹੈਗਾ। ਜਦੋਂ ਇੰਨੀ ਗੱਲ ਹੋਈ ਆ ਅਤੇ ਬਾਬਾ ਜੀ ਜਿਹੜੇ ਸੀ ਚੁੱਪ ਕਰ ਗਏ। ਕਹਿਣ ਲੱਗੇ, ਕਹਿੰਦੇ ਵੀ ਗਿੱਲਾਂ ਦਾ ਪਿੰਡ ਵਾ ਅਤੇ ਪਿੰਡ ਦਾ ਨਾਂ ਗਿਲਵਾਲੀ ਨਹੀਂ ਹੋ ਸਕਦਾ। ਇਸ ਪਿੰਡ ਦਾ ਨਾਂ ਹੈ ਨਾ ਗਿਲਵਾਲੀ ਦੀ ਜਗ੍ਹਾ ਜਿਹੜਾ ਹੈ ਨਾ ਅੱਜ ਤੋਂ ਬਾਅਦ ਗੁਰੂ ਵਾਲੀ ਹੋਊਗਾ। ਜਦ ਇੰਨੀ ਗੱਲ ਕਹੀ ਆ ਅਤੇ ਫਿਰ ਜਿਹੜੇ ਸੀ ਭਾਈ ਤਾਰਾ ਸਿੰਘ ਚੁੱਪ ਕਰ ਗਏ। ਪਰ ਬਾਅਦ 'ਚ ਕਹਿੰਦੇ ਨਹੀਂ ਜੀ ਇਸ ਪਿੰਡ ਦਾ ਨਾਂ ਤਾਂ ਗਿਲਵਾਲੀ ਹੈਗਾ। ਬਾਬਾ ਜੀ ਫਿਰ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਬਚਨ ਮੰਨੀਦਾ ਹੁੰਦਾ ਅਤੇ ਬਚਨ ਨੂੰ ਉਲਟਾਉਣ ਦੀ ਕੋਸ਼ਿਸ਼ ਨਹੀਂ ਕਰੀਦੀ। ਜਦ ਇੰਨੀ ਗੱਲ ਹੋਈ ਤਾਂ ਤਾਰਾ ਸਿੰਘ ਕਹਿਣ ਲੱਗਾ, ਜੀ ਜਿਹਨੂੰ ਮਰਜ਼ੀ ਪੁੱਛ ਲਓ ਇਸ ਪਿੰਡ ਦਾ ਨਾਂ ਗਿਲਵਾਲੀ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਦੇ ਫਿਰ ਮੂੰਹੋਂ ਜਿਹੜਾ ਸੀਗਾ ਉਹ ਇਹ ਨਿਕਲ ਗਿਆ, ਕਹਿੰਦੇ ਭਾਈ ਬਹਿ ਜਾ ਬਹਿ ਜਾ। ਜਦ ਇੰਨੀ ਗੱਲ ਹੋਈ ਆ ਦੇਖੋ ਬਚਨ ਨਿਕਲ ਗਿਆ ਅਤੇ ਜਿੱਥੇ ਭਾਈ ਤਾਰਾ ਸਿੰਘ ਹੋਣਾ ਦੀ ਜਿਹੜੀ ਸੀ ਚੜ੍ਹਦੀ ਕਲਾ ਹੋਣੀ ਸੀ ਉੱਥੇ ਢਹਿੰਦੀ ਕਲਾ ਹੋ ਗਈ। ਜਿਸ ਕਰਕੇ ਭਾਈ ਤਾਰਾ ਸਿੰਘ ਨੂੰ ਹੈ ਨਾ ਕੋਈ ਚੰਗਾ ਫਲ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਫਿਰ ਨਹੀਂ ਮਿਲਿਆ ਸੀਗਾ। ਫਿਰ ਦੇਖੋ ਇਹ ਮਹਾਂਪੁਰਖਾਂ ਦਾ ਬਚਨ ਜਿਹੜਾ ਸੱਤ ਹੋਇਆ, ਕਿਉਂਕਿ ਇਸ ਪਿੰਡ ਦਾ ਨਾਂ ਜਿਹੜਾ ਸੀਗਾ ਹੈ ਨਾ ਇਹ ਗਿਲਵਾਲੀ ਤੋਂ ਫਿਰ ਗੁਰੂ ਵਾਲੀ ਜਿਹੜਾ ਸੀਗਾ ਉਹ ਬਾਅਦ ਦੇ ਵਿੱਚ ਜਿਹੜਾ ਸੀਗਾ ਉਹ ਮਸ਼ਹੂਰ ਕਰਕੇ ਹੋਇਆ। ਅਤੇ ਇੱਥੇ ਹੀ ਜਿਹੜੇ ਸੀ ਭਗਤ ਜੀ ਦਾ ਇੱਕ ਲੜਕਾ ਸੀਗਾ ਜਿਹਦਾ ਨਾਂ ਸੀਗਾ ਸੰਤ ਸਿੰਘ। ਜਦ ਸੰਤ ਸਿੰਘ ਜਿਹੜਾ ਸੀਗਾ ਇਹ ਭਗਤ ਜੀ ਗੁਰਕਿਰਪਾਲ ਸਿੰਘ ਹੋਣਾ ਦਾ ਵੱਡਾ ਲੜਕਾ ਸੀਗਾ। ਇਹਨਾਂ ਨੇ ਜਿਹੜੇ ਸੀ ਬਾਬਾ ਜੀ ਦੇ ਅੱਗੇ ਆਪਣਾ ਲੜਕਾ ਕੀਤਾ ਕਰਕੇ ਕਹਿਣ ਲੱਗੇ, ਜੀ ਆਹ ਮੇਰਾ ਹੈ ਨਾ ਵੱਡਾ ਲੜਕਾ ਹੈਗਾ। ਬਾਬਾ ਜੀ ਨੇ ਜਦ ਹੈ ਨਾ ਭਗਤ ਜੀ ਦੇ ਲੜਕੇ ਵੱਲ ਦੇਖਿਆ ਸੰਤ ਸਿੰਘ ਵੱਲ ਅਤੇ ਬਾਬਾ ਜੀ ਨੇ ਪ੍ਰਸੰਨ ਹੋ ਕੇ ਉਹਨੂੰ ਕਹਿਤਾ, ਕਹਿੰਦੇ ਭਾਈ ਨਾਮ ਜਪਿਆ ਕਰ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਲੜਕਾ ਕਹਿਣ ਲੱਗਾ, ਕਹਿੰਦੇ ਮਹਾਂਪੁਰਖੋ ਤੁਸੀਂ ਨਾਮ ਦੀ ਦਾਤ ਤਾਂ ਮੈਨੂੰ ਦੇ ਦਿੱਤੀ ਆ, ਪਰ ਨਾਲ ਹੈ ਨਾ ਥਾਪੀ ਵੀ ਮੈਨੂੰ ਦੇ ਦਿਓ। ਅਤੇ ਬਾਬਾ ਈਸ਼ਰ ਸਿੰਘ ਹੋਣਾ ਨੇ ਹੈ ਨਾ
ਫਿਰ ਜਿਹੜੇ ਸੀਗੇ ਸੰਤ ਸਿੰਘ ਹੁਣਾਂ ਨੂੰ ਥਾਪੀ ਦੇ ਦਿੱਤੀ। ਇਹ ਉਹੀ ਸੰਤ ਸਿੰਘ ਲੜਕਾ ਸੀਗਾ ਜਿਹਨੇ ਬਾਅਦ ਦੇ ਵਿੱਚ ਜਿਹੜੀ ਸੀਗੇ ਉਹ ਗਿੱਲਵਾਲੀ ਪਿੰਡ ਦੇ ਲੋਕਾਂ ਦੇ ਨਾਲ ਹੈ ਨਾ ਸਾਂਝੇ ਤੌਰ 'ਤੇ ਉਦਮ ਕਰਕੇ ਇਸ ਪਿੰਡ ਦਾ ਨਾਂ ਗੁਰੂਵਾਲੀ ਜਿਹੜਾ ਸੀਗਾ ਉਹ ਕਾਗਜ਼ਾਂ ਦੇ ਵਿੱਚ ਵੀ ਅੰਕਿਤ ਕਰਾ ਦਿੱਤਾ ਸੀ। ਅਤੇ ਜਦੋਂ ਇਹਨੂੰ ਹੈ ਨਾ ਸੰਤ ਸਿੰਘ ਹੁਣਾਂ ਨੂੰ ਥਾਪੀ ਮਿਲੀ ਸੀ ਅਤੇ ਕੋਲ ਜਿਹੜੇ ਸੀਗੇ ਹੈ ਨਾ ਇਹ 2 ਜਣੇ ਹੋਰ ਖੜ੍ਹੇ ਸੀਗੇ। ਇਹਨਾਂ ਦੇ ਵਿੱਚੋਂ ਸੀਗਾ ਜਿਹੜਾ ਇੱਕ ਤਾਂ ਜਸਵੰਤ ਸਿੰਘ ਸੀਗਾ, ਇਹ ਲੜਕਾ ਚਰਨ ਸਿੰਘ ਦਾ ਸੀਗਾ, ਇੱਕ ਸਰਜੀਤ ਸਿੰਘ ਸੀਗਾ, ਇਹ ਦੀਦਾਰ ਸਿੰਘ ਦਾ ਲੜਕਾ ਸੀਗਾ। ਇਹ ਵੀ ਹੈ ਨਾ ਮਹਾਂਪੁਰਖਾਂ ਦੇ ਕੋਲ ਆ ਗਏ। ਕੋਲ ਆ ਕੇ ਇਹਨਾਂ ਨੇ ਕਹਿਣਾ ਸੀਗਾ ਕਿ ਮਹਾਂਪੁਰਖੋ ਜਿਵੇਂ ਉਸਨੇ ਕਿਹਾ ਕਿ ਮੈਨੂੰ ਥਾਪੀ ਦਿਓ, ਲੇਕਿਨ ਇਹਨਾਂ ਦੀ ਰਸਨਾ ਫਿਸਲ ਗਈ ਅਤੇ ਇਹ ਕਹਿਣ ਲੱਗੇ ਕਹਿੰਦੇ ਮਹਾਂਪੁਰਖੋ ਸਾਨੂੰ ਵੀ ਮਾफ़ੀ ਦਿਓ। ਜਦ ਮਾफ़ੀ ਦੀ ਗੱਲ ਆਈ ਤਾਂ ਬਾਬਾ ਈਸ਼ਰ ਸਿੰਘ ਜੀ ਤੁਹਾਡੇ ਸੀ ਥੋੜ੍ਹਾ ਮੁਸਕਰਾ ਪਏ, ਕਹਿਣ ਲੱਗੇ ਕਹਿੰਦੇ ਭਾਈ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਗੀ, ਕਿਉਂਕਿ ਤੁਹਾਡਾ ਪਿੰਡ ਹੈ ਨਾ ਹੁਣ ਜਿਹੜਾ ਹੈਗਾ ਇਹ ਗੁਰੂ ਵਾਲੀ ਹੋ ਗਿਆ ਹੈਗਾ। ਅੱਜ ਤੋਂ ਬਾਅਦ ਜਿਹੜਾ ਨਾ ਗੁਰੂ ਹੈਗਾ ਉਹ ਤੁਹਾਡੇ ਪਿੰਡ ਦਾ ਬਾਲੀ ਹੋ ਗਿਆ, ਤੁਹਾਡੇ ਪਿੰਡ ਦੀ ਰੱਖਿਆ ਕਰੂਗਾ। ਜਦ ਇਸ ਤਰ੍ਹਾਂ ਦੇ ਬਚਨ ਕੀਤੇ ਤਾਂ ਫਿਰ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਚਰਨ ਸਿੰਘ ਅਤੇ ਦੀਦਾਰ ਸਿੰਘ, ਉਹਨਾਂ ਨੇ ਬਾਬਾ ਈਸ਼ਰ ਸਿੰਘ ਨੂੰ ਬੇਨਤੀ ਕੀਤੀ, ਕਹਿੰਦੇ ਆ ਜਿਹੜੇ ਦੋਨੇ ਮੇਰੇ ਲੜਕੇ ਹਨ ਤੁਸੀਂ ਆਪ ਜੀ ਦੀ ਸੇਵਾ ਦੇ ਵਿੱਚ ਲੈ ਲਓ। ਜਦ ਇੰਨੀ ਗੱਲ ਹੋਈ ਤਾਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਭਾਈ ਤੁਸੀਂ ਇਸ ਤਰ੍ਹਾਂ ਕਰੋ, ਹੁਣ ਇਹਨਾਂ ਨੂੰ ਹੈ ਨਾ ਸਾਡੇ ਸਮਝ ਕੇ ਜਿਹੜੀ ਆ ਇਹਨਾਂ ਦੀ ਕੁਛ ਸੇਵਾ ਕਰੋ, ਜਦੋਂ ਕਿਤੇ ਸਾਨੂੰ ਜ਼ਰੂਰਤ ਹੋਈ ਹੈ ਨਾ ਅਸੀਂ ਇਹਨਾਂ ਨੂੰ ਆਪਣੀ ਆਵਾਜ਼ ਮਾਰ ਲਵਾਂਗੇ। ਉਸ ਤੋਂ ਬਾਅਦ ਫਿਰ ਜਿਹੜੇ ਬਾਬਾ ਈਸ਼ਰ ਸਿੰਘ ਸੀ ਉੱਥੋਂ ਫਿਰ ਚਲੇ ਗਏ ਅਤੇ ਨਾਲ ਜਿਹੜੇ ਸੀਗੇ ਇਹ ਭਗਤ ਸਿੰਘ ਹੁਣਾਂ ਨੂੰ ਜਾਣ ਲੱਗੇ ਕਹਿ ਗਏ, ਕਹਿੰਦੇ ਵੀ ਤੂੰ ਇਸ ਤਰ੍ਹਾਂ ਕਰਨੀ ਆ, ਤੇਰਾ ਜਿਹੜਾ ਲੜਕਾ ਹੈ ਨਾ ਸੰਤ ਸਿੰਘ ਹੈਗਾ ਇਹਨੂੰ ਮਹਾਂਪੁਰਖਾਂ ਦੇ 3 ਭੱਬੇ ਜ਼ਰੂਰ ਪੜ੍ਹਾ ਦੇਣੇ ਆ। ਪਹਿਲਾ ਭੱਬਾ ਕੀ ਹੈਗਾ ਕਿ ਸਰਬੱਤ ਦਾ ਭਲਾ ਕਰਨਾ ਹੈਗਾ। ਫਿਰ ਦੂਸਰਾ ਭੱਬਾ ਕੀ ਹੈ ਕਿ ਭਜਨ ਸਿਮਰਨ ਤੋਂ ਕਦੀ ਜਿਹੜਾ ਹੈ ਮਨ ਨੂੰ ਉਕਸਾਉਣਾ ਨਹੀਂ ਹੈ, ਕਦੀ ਮਨ ਨੂੰ ਪਿੱਛੇ ਨਹੀਂ ਕਰਨਾ ਹੈਗਾ। ਅਤੇ ਤੀਸਰਾ ਭੱਬਾ ਕੀ ਹੈ ਵੀ ਅਗਰ ਕੋਈ ਗੱਲਬਾਤ ਵੀ ਹੋ ਜਾਵੇ ਕਿਸੇ ਤਲ ਖਿੱਚੇ ਨਹੀਂ ਪੈਣਾ, ਬਸ ਆਪਣੇ ਆਪ ਨੂੰ ਭੁੱਲਿਆ ਮਹਿਸੂਸ ਕਰਨਾ। ਇਸ ਤਰ੍ਹਾਂ ਨੇ ਬਾਬਾ ਜੀ ਨੇ ਭੱਬੇ ਦੀਆਂ 3 ਮਹਾਨਤਾਂ ਜਿਹੜੀਆਂ ਸੀਗੀਆਂ ਸੰਤ ਗੁਰਕਿਰਪਾਲ ਸਿੰਘ ਉਹਨਾਂ ਦੇ ਲੜਕੇ ਸੰਤ ਸਿੰਘ ਨੂੰ ਸਮਝਾ ਕੇ ਅਤੇ ਉੱਥੋਂ ਫਿਰ ਚਲੇ ਗਏ ਸੀਗੇ। ਗੁਰਕਿਰਪਾਲ ਸਿੰਘ ਸੀਗੇ, ਇਹਦੇ ਨਾਲ ਫਿਰ ਜਿਹੜੇ ਸੀ ਸਤਿਆਜੀਤ, ਉਸ ਤੋਂ ਬਾਅਦ ਜਿਹੜੇ ਸੀਗੇ ਇਹ ਸਤੀ ਜੀ ਜਿਹੜੇ ਮਜੀਠੀਆ ਸੀਗੇ। ਇਹ 3 ਜਣੇ ਹੈ ਨਾ ਫਿਰ ਨਾਨਕਸਰ ਬਾਬਾ ਈਸ਼ਰ ਸਿੰਘ ਦੇ ਹੁਣਾਂ ਦੇ ਕੋਲ ਹੈ ਨਾ ਮੱਥਾ ਟੇਕਣ ਗਏ। ਜਦ ਮੱਥਾ ਟੇਕ ਕੇ ਉੱਥੇ ਬੈਠੇ ਬਾਬਾ ਜੀ ਨੇ ਇਹਨਾਂ ਦੀ ਸੁੱਖ ਸ਼ਾਂਤ ਪੁੱਛੀ। ਸੁੱਖ ਸ਼ਾਂਤ ਪੁੱਛ ਕੇ ਹੈ ਨਾ ਫਿਰ ਬਾਬਾ ਜੀ ਨੇ ਹੈ ਨਾ ਭਗਤ ਕਿਰਪਾਲ ਸਿੰਘ ਨੂੰ ਇਹ ਗੱਲ ਆ ਕਹਿਤੀ, ਕਹਿੰਦੇ ਭਾਈ ਤੂੰ ਚਿੰਤਾ ਨਾ ਕਰਿਆ ਕਰ, ਤੇਰੀ ਸਾਰੀ ਜ਼ਿੰਮੇਵਾਰੀ ਸਾਡੀ ਹੈਗੀ ਆ, ਇਸ ਵਿੱਚ ਤੈਨੂੰ ਮਨ ਦੇ ਵਿੱਚ ਕੋਈ ਜਿਹੜੇ ਹੈ ਨਾ ਫੁਰਨੇ ਬਣਾਉਣ ਦੀ ਜ਼ਰੂਰਤ ਨਹੀਂ ਗਾ। ਕਹਿੰਦੇ ਸਮਾਂ ਆਊਗਾ ਮਾਂਝੇ ਦਾ ਝੰਡਾ ਹੈ ਨਾ ਅਸੀਂ ਤੇਰੇ ਹੱਥ ਵਿੱਚ ਫੜਾਉਣਾ ਹੈਗਾ। ਜਦ ਬਾਬਾ ਈਸ਼ਰ ਸਿੰਘ ਹੁਣਾਂ ਨੇ ਸੰਤ ਗੁਰਕਿਰਪਾਲ ਸਿੰਘ ਹੁਣਾਂ ਨੂੰ ਇਹ ਗੱਲ ਕਹੀ ਅਤੇ ਫਿਰ ਜਿਹੜੇ ਸੀਗੇ ਗੁਰਕਿਰਪਾਲ ਸਿੰਘ ਹੁਣਾਂ ਨੇ ਹੱਥ ਜੋੜ ਦਿੱਤੇ ਅਤੇ ਜੋੜ ਕੇ ਫਿਰ ਕਹਿਣ ਲੱਗੇ ਕਹਿੰਦੇ ਮਹਾਂਪੁਰਖੋ ਵੀ ਝੰਡਾ ਵੀ ਤੁਹਾਡਾ ਹੈਗਾ ਅਤੇ ਅਸੀਂ ਵੀ ਤੁਹਾਡੇ ਹੈਗੇ, ਜਿਸ ਤਰ੍ਹਾਂ ਤੁਸੀਂ ਸਾਨੂੰ ਹੁਕਮ ਦਿਓਗੇ ਹੈ ਨਾ ਅਸੀਂ ਉਸੇ ਤਰ੍ਹਾਂ ਕਰਾਂਗੇ। ਇਹ ਤੋਂ ਬਾਅਦ ਫਿਰ ਦੋਨੇ ਜਿਹੜੇ ਸੀਗੇ ਵਾਪਸ ਆਪਣੇ ਗੁਰੂ ਵਾਲੀ ਪਿੰਡ ਜਿਹੜੇ ਸੀਗੇ ਵਾਪਸ ਆ ਗਏ ਸੀਗੇ। ਉਸ ਤੋਂ ਬਾਅਦ ਫਿਰ ਦੇਖੋ ਮਹਾਂਪੁਰਖਾਂ ਨੇ ਜਿਹੜਾ ਸੀਗਾ ਕਿਤੇ ਕਿਤੇ ਜਿਹੜਾ ਜਦ ਅੰਮ੍ਰਿਤਸਰ ਜਾਣਾ ਅਤੇ ਇੱਥੇ ਗੁਰੂ ਵਾਲੀ ਜਿਹੜਾ ਇੱਕ ਚੱਕਰ ਜ਼ਰੂਰ ਮਾਰਨਾ, ਕਿਉਂਕਿ ਜਿਹੜਾ ਬਾਗ ਮਹਾਂਪੁਰਖਾਂ ਨੇ ਆਪ ਲਾਇਆ ਸੀਗਾ ਨਾ ਉਹਨੂੰ ਫਿਰ ਪ੍ਰੇਮ ਦਾ ਪਾਣੀ ਵੀ ਦਿੰਦੇ ਸੀਗੇ। ਇੱਕ ਵਾਰ ਫਿਰ ਜਦੋਂ ਅੰਮ੍ਰਿਤਸਰੋਂ ਜਿਹੜੇ ਸੀ ਦੁਬਾਰਾ ਇੱਥੋਂ ਦੀ ਲੰਘਣ ਲੱਗੇ ਪਟੜੀ 'ਤੇ ਤਾਂ ਮਹਾਂਪੁਰਖਾਂ ਨੇ ਕੀ ਦੇਖਿਆ ਉੱਥੇ ਸੰਗਤ ਕਾਫੀ ਜਿਹੜੀ ਉਹ ਖੜੀ ਆ ਅਤੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਆਪਣੀ ਕਾਰ ਰੋਕੀ। ਜਦ ਕਾਰ ਰੋਕੀ ਗੱਡੀ ਦੇ ਵਿੱਚੋਂ ਬਦਾਮਾਂ ਦਾ ਪ੍ਰਸ਼ਾਦ ਕੱਢਿਆ। ਬਦਾਮਾਂ ਦਾ ਪ੍ਰਸ਼ਾਦ ਕੱਢ ਕੇ ਹੈ ਨਾ ਅਤੇ ਫਿਰ ਸੰਤ ਗੁਰਕਿਰਪਾਲ ਸਿੰਘ ਹੁਣਾਂ ਨੂੰ ਆਵਾਜ਼ ਮਾਰੀ, ਕਹਿੰਦੇ ਵੀ ਭਾਈ ਆਹ ਜਿਹੜਾ ਪ੍ਰਸ਼ਾਦ ਵਾ ਨਾ ਤੁਸੀਂ ਸਾਰੀ ਸੰਗਤ ਨੂੰ ਵਰਤਾ ਦਿਓ। ਜਦ ਇੰਨੀ ਗੱਲ ਹੋਈ ਤਾਂ ਸੰਤ ਗੁਰਕਿਰਪਾਲ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਮਹਾਂਪੁਰਖੋ ਜੇ ਵਰਤਾਉਣ ਦਾ ਤੁਸੀਂ ਪਹਿਰਾ ਹੀ ਦੇਣਾ ਹੈਗਾ ਤਾਂ ਫਿਰ ਤੁਸੀਂ ਹੈ ਨਾ ਮੈਨੂੰ ਪੂਰਾ ਜਿਹੜਾ ਹੈ ਨਾ ਪਹਿਰਾ ਇਹ ਬਖਸ਼ ਦਿਓ। ਇੰਨੀ ਗੱਲ ਹੋਈ ਤਾਂ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਹਨਾਂ ਨੂੰ ਇੱਕ ਥਾਪੀ ਦਿੱਤੀ। ਥਾਪੀ ਦੇ ਕੇ ਕਹਿਣ ਲੱਗੇ ਕਹਿੰਦੇ ਭਾਈ ਗੁਰੂ ਤੇਰੇ ਅੰਗ ਸੰਗ ਹੈਗਾ ਅਤੇ ਬਸ ਮਾਝੇ ਦਾ ਝੰਡਾ ਜਿਹੜਾ ਹੈ ਨਾ ਅੱਜ ਤੋਂ ਬਾਅਦ ਤੇਰੇ ਹੱਥ 'ਚ ਹੀ ਹੋਊਗਾ। ਅਤੇ ਫਿਰ ਬਾਬਾ ਜੀ ਨੇ ਸਾਰੀ ਸੰਗਤ ਨੂੰ ਮੁਖਾਫਤ ਵਾਰ ਕੇ ਜਿਹੜੀ ਸੀ ਇਹ ਬਚਨ ਕਹੇ ਸੀ, ਕਹਿੰਦੇ ਭਾਈ ਜਿਹਦਾ ਜਿਹੜਾ ਮੁਰਸ਼ਦ ਹੈ ਨਾ ਕਾਮਲ ਹੋਵੇ ਅਤੇ ਮਰੀਦ ਜਿਹੜਾ ਆਮਲ ਹੋਵੇ ਉਹਦੇ ਵਾਸਤੇ ਕਹਿੰਦੇ ਰੱਬ ਕਿਤੇ ਵੀ ਦੂਰ ਨਹੀਂ ਆ। ਇਸ ਤਰ੍ਹਾਂ ਬਚਨ ਦੇ ਕੇ ਜਿਹੜੀ ਬਾਬਾ ਈਸ਼ਰ ਸਿੰਘ ਦੀ ਜਿਹੜੀ ਸੀ ਉੱਥੋਂ ਨਾਨਕਸਰ ਆ ਗਿਆ। ਇੱਧਰੋਂ ਹੈ ਨਾ ਸੰਤ ਗੁਰਕਿਰਪਾਲ ਸਿੰਘ ਹੁਣੀ ਇੱਕ ਦਿਨ ਆਪਣੇ ਘਰ 'ਚ ਬੈਠੇ ਸੀਗੇ। ਇਸ ਤਰ੍ਹਾਂ ਹੀ ਹੈ ਨਾ ਜਿਵੇਂ ਸੇਵਾ ਆਉਂਦੀ ਜਾਂ ਸੰਗਤ ਆਈ ਗਈ ਦੀ ਸੇਵਾ ਕਰਦੇ ਹੁੰਦੇ ਸੀਗੇ। ਕੀ ਦੇਖਿਆ ਇੱਕ ਭਗਵੇਂ ਕੱਪੜੇ ਵਾਲਾ ਇੱਕ ਸਾਧੂ ਆਇਆ ਜਿਹੜਾ ਹੈ ਨਾ ਚਿਹਰਾ ਬੜਾ ਸੁੰਦਰ ਸੀਗਾ ਅਤੇ ਲੰਬਾ ਕੱਦ ਸੀਗਾ, ਦਾੜ੍ਹੀ ਸੀ, ਕੁੜਤਾ ਪਜਾਮਾ ਪਾਇਆ ਸੀਗਾ, ਇਉਂ ਲੱਗਦਾ ਸੀਗਾ ਜਿਵੇਂ ਹੈ ਨਾ ਕੋਈ ਮਾਇਆ ਦਾ ਅਵਤਾਰ ਹੋਵੇ। ਜਦ ਇਹ ਹੈ ਤਾਂ ਇਹਨੇ ਆ ਕੇ ਹੈ ਨਾ ਆਪਣਾ ਸਤਿਨਾਮ ਦਾ ਆਵਾਜ਼ਾ ਦਿੱਤਾ। ਜਦ ਆਵਾਜ਼ਾ ਦਿੱਤਾ ਅਤੇ ਭਗਤ ਜੀ ਨੇ ਇਹਨੇ ਚਿਹਰੇ ਵੱਲ ਦੇਖਿਆ ਅਤੇ ਜਿਹੜਾ ਦੇਖ ਕੇ ਮੰਜਾ ਡਾਹਤਾ ਅਤੇ ਕਹਿਣ ਲੱਗੇ ਆਓ ਮਹਾਂਪੁਰਖੋ, ਆਓ ਮਹਾਤਮਾ ਜੀ ਤੁਸੀਂ ਨਾ ਮੰਜੇ 'ਤੇ ਬੈਠੋ। ਇਹ ਜਿਹੜਾ ਭਗਵਾਂ ਕੱਪੜਿਆਂ ਵਾਲਾ ਸਾਧੂ ਸੀ ਇਹ ਮੰਜੇ 'ਤੇ ਬੈਠ ਗਿਆ। ਜਦ ਮੰਜੇ 'ਤੇ ਬੈਠਾ ਅਤੇ ਫਿਰ ਹੈ ਨਾ ਸੰਤ ਗੁਰਕਿਰਪਾਲ ਸਿੰਘ ਹੁਣਾਂ ਨੇ ਪੁੱਛਿਆ, ਕਹਿੰਦੇ ਕਿ ਮਹਾਂਪੁਰਖੋ ਜਲ ਪਾਣੀ ਤੁਸੀਂ ਦੱਸੋ ਕਿ ਕੀ ਛਕੋਗੇ। ਫਿਰ ਸਾਧੂ ਕਹਿਣ ਲੱਗਾ ਵੀ ਜੋ ਘਰ 'ਚ ਚੀਜ਼ ਬਣੀ ਹੈ ਨਾ ਇਹ ਮੈਨੂੰ ਦੇ ਦਿਓ। ਜਦ ਇੰਨੀ ਗੱਲ ਹੋਈ ਅਤੇ ਇਹਨੇ ਕੀ ਕੀਤਾ, ਘਰ ਦੇ ਵਿੱਚ ਹੈ ਨਾ 2 ਜਿਹੜੇ ਸੀਗੇ ਉਹ ਪਰੌਠੇ ਸੀ ਆਲੂਆਂ ਵਾਲੇ,
ਨਾਲ ਮੱਖਣ ਤੇ ਨਾਲ ਲੱਸੀ ਦਾ ਕਿਸ਼ਨਾ। ਭਗਤ ਜੀ ਨੇ ਨਾ ਇਹ ਜਿਹੜੇ ਸੀ ਉਸ ਸਾਧੂ ਦੇ ਅੱਗੇ ਧਰ ਦਿੱਤਾ ਤੇ ਉਹ ਜਿਹੜਾ ਸਾਧੂ ਭਾਗੇਵਾਂ ਕੱਪੜਿਆਂ ਵਾਲਾ ਸੀਗਾ ਉਹਨੇ ਬੜੇ ਪ੍ਰੇਮ ਦੇ ਨਾਲ ਛਕਿਆ। ਪ੍ਰੇਮ ਨਾਲ ਛਕਣ ਤੋਂ ਬਾਅਦ ਉਹਨੇ ਫਿਰ ਕੁਛ ਆਲਾ ਦੁਆਲਾ ਦੇਖਿਆ। ਆਲਾ ਦੁਆਲਾ ਦੇਖ ਕੇ ਉਹ ਕਹਿਣ ਲੱਗਾ, ਕਹਿੰਦਾ ਵੀ ਗੱਲ ਇੱਦਾਂ ਹੈਗੀ ਆ, ਮੈਨੂੰ ਲੱਗਦਾ ਵੀ ਇਸ ਘਰ ਦੇ ਵਿੱਚ ਪੈਸਿਆਂ ਦੀ ਬੜੀ ਲੋੜ ਆ ਅਤੇ ਮੈਂ ਤੈਨੂੰ ਕੋਈ ਇੱਕ ਰਸਾਇਣਕ ਵਿੱਦਿਆ ਦੇਣਾ ਚਾਹੁੰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਸੰਤ ਗੁਰਕਿਰਪਾਲ ਸਿੰਘ ਹੋਣੀ ਹੱਥ ਜੋੜ ਕੇ ਖੜ੍ਹ ਗਏ। ਉਹ ਕਹਿਣ ਲੱਗੇ, ਜੀ ਉਹ ਵਿੱਦਿਆ ਕੀ ਹੁੰਦੀ ਆ? ਇਹ ਕਹਿਣ ਲੱਗੇ ਵੀ ਤੂੰ ਇਸ ਤਰ੍ਹਾਂ ਕਰ ਵੀ ਇੱਕ ਪਾਈਆ ਜਿਹੜਾ ਹੈਗਾ ਪਾਰਾ ਲਿਆ ਦੇ ਅਤੇ ਇੱਕ ਪਾਇਆ ਗੰਧਕ ਲਿਆ ਦੇ, ਇੱਕ ਪਾਈਆ ਕਲੀ ਲਿਆ ਦੇ। ਇਸ ਤਰ੍ਹਾਂ ਜਿਹੜਾ ਕਿੰਨਾ ਸਮਾਨ ਗਣਾਤਾ। ਕਹਿੰਦੇ ਮੈਨੂੰ ਸਮਾਨ ਲਿਆ ਦੇ ਅਤੇ ਮੈਂ ਤੈਨੂੰ ਇਹਦਾ ਇੱਕ ਨੁਕਸਾ ਤਿਆਰ ਕਰਕੇ ਜਾਊਂਗਾ। ਉਸ ਨੁਕਸੇ ਦੇ ਵਿੱਚੋਂ ਇੱਕ ਰਤੀ ਜਿਹੜਾ ਸਹੀ ਵਿੱਚੋਂ ਬੂੰਦ ਬਾਹਰ ਕੱਢ ਲੈਣੀ। ਜਦੋਂ ਕੱਢ ਕੇ ਤੂੰ ਇਹ ਜਿਹੜਾ ਪਦਾਰਥ ਹੈਗਾ ਇਹ 'ਤੇ ਰੱਖੂੰਗਾ ਅਤੇ ਉਹਦਾ 1 ਤੋਲਾ ਸੋਨਾ ਬਣ ਜਾਊਗਾ। ਜਦੋਂ ਇੰਨੀ ਗੱਲ ਹੋਈ ਤਾਂ ਸੰਤ ਗੁਰਕਿਰਪਾਲ ਸਿੰਘ ਜੀ ਜਿਹੜੇ ਸੀ ਉਹਦੇ ਵੱਲ ਦੇਖਣ ਲੱਗ ਪਏ। ਦੇਖ ਕੇ ਕਹਿਣ ਲੱਗੇ, ਕਹਿੰਦੇ ਵੀ ਭਾਈ ਇਹ ਜਿਹੜਾ ਸਮਾਨ ਆ ਕਿੱਥੋਂ ਆਊਗਾ? ਕਹਿੰਦੇ ਵੀ ਦੁਕਾਨੋਂ ਜਿੱਥੋਂ ਮਰਜ਼ੀ ਮਿਲ ਜਾਣੀ, ਇਹ ਜ਼ਿਆਦਾ ਮਹਿੰਗਾ ਸਮਾਨ ਨਹੀਂ ਹੈਗਾ, ਤਕਰੀਬਨ 100 ਰੁਪਏ ਦਾ ਸਮਾਨ ਹੈਗਾ। ਜਦ ਇੰਨੀ ਗੱਲ ਹੋਈ ਤਾਂ ਗੁਰਕਿਰਪਾਲ ਸਿੰਘ ਹੁਣੇ ਕਹਿਣ ਲੱਗੇ, ਮਹਾਂਪੁਰਖ ਕਹਿੰਦੇ ਭਾਈ ਦੇਖ, ਪਹਿਲੀ ਗੱਲ ਤਾਂ ਇਹ ਵੀ ਮੇਰੇ ਪਾਸ ਪੈਸਾ ਕੋਈ ਨਹੀਂ ਹੈਗਾ ਅਤੇ ਮੈਂ ਇੰਨਾ ਸਮਾਨ ਲਿਆਊਂ ਕਿੱਥੋਂ। ਦੂਸਰੀ ਗੱਲ ਇਹ ਹੈਗੀ ਆ ਕਿ ਜਿੰਨੀ ਵੀ ਸੰਗਤ ਆਉਂਦੀ ਆ ਉਹਦੇ ਵਿੱਚੋਂ ਅਗਰ ਕੋਈ ਪ੍ਰੇਮੀ 5-10 ਰੁਪਏ ਕਿਤੇ ਦੇ ਵੀ ਜਾਂਦਾ ਹੈਗਾ ਅਤੇ ਕੋਈ ਮਹਾਤਮਾ ਅਗਰ ਮੇਰੇ ਪਾਸ ਆਵੇ ਤਾਂ ਮੈਂ ਉਹਨੂੰ ਆਉਣ ਜਾਣ ਦਾ ਕਿਰਾਇਆ ਦੇ ਦਿੰਦਾ। ਇਸ ਕਰਕੇ ਮੇਰੀ ਜੇਬ ਤਾਂ ਹੁਣ ਖਾਲੀ, ਮੇਰੀ ਜੇਬ 'ਤੇ ਤਾਂ ਕੋਈ ਪੈਸਾ ਨਹੀਂ ਆ। ਜਦੋਂ ਸੰਤ ਗੁਰਕਿਰਪਾਲ ਸਿੰਘ ਹੋਣਾ ਨੇ ਉਸ ਸਾਧੂ ਨੂੰ ਆਖਿਆ, ਉਹ ਸਾਧੂ ਕਹਿਣ ਲੱਗਾ, ਫਿਰ ਆ ਜਿਹੜਾ ਇੰਨਾ ਖਰਚਾ ਹੈਗਾ ਲੰਗਰ ਪਾਣੀ ਦਾ ਸਾਧੂ ਨੂੰ ਛਕਾਉਣ ਦਾ, ਇਹ ਤੂੰ ਕਿੱਥੋਂ ਕਰਦਾ? ਅਤੇ ਫਿਰ ਸੰਤ ਜੀ ਕਹਿਣ ਲੱਗੇ ਵੀ ਇਹ ਤਾਂ ਸੰਗਤ ਜਿਹੜੀ ਹੈਗੀ ਮੈਨੂੰ ਰਾਸ਼ਨ ਪਾਣੀ ਇੱਥੇ ਦੇ ਜਾਂਦੀ ਆ ਅਤੇ ਮੈਂ ਜਿਹੜਾ ਰਾਸ਼ਨ ਪਾਣੀ ਆਈ ਗਈ ਸਾਧ ਸੰਗਤ ਜਾਂ ਕੋਈ ਸਾਧੂ ਮਹਾਤਮਾ ਹੋਵੇ ਤਾਂ ਉਹਨੂੰ ਦੇ ਦਿੰਦਾ। ਇਸ ਤਰ੍ਹਾਂ ਇਹ ਜਿਹੜਾ ਰਾਸ਼ਨ ਵਰਤਦਾ ਰਹਿੰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਉਸ ਭਗਵਾਂ ਕੱਪੜਿਆਂ ਵਾਲੇ ਸਾਧੂ ਸੀਗਾ ਇਹਨਾਂ ਨੂੰ ਕਹਿਣ ਲੱਗਾ, ਕਹਿੰਦਾ ਚੱਲ ਕੋਈ ਗੱਲ ਨਹੀਂ ਅਤੇ ਮੈਂ ਕਹਿੰਦਾ ਪੈਸਿਆਂ ਦਾ ਜਿਹੜਾ ਬੰਦੋਬਸਤ ਮੈਂ ਆਪ ਹੀ ਕਰ ਦੂੰਗਾ ਅਤੇ ਫਿਰ ਮੈਂ ਤੇਰੇ ਪਾਸ ਆਊਂਗਾ। ਇਹ ਕਹਿ ਕੇ ਉਹ ਜਿਹੜਾ ਭਗਵਾਂ ਕੱਪੜਿਆਂ ਵਾਲਾ ਸਾਧੂ ਸੀ ਉਹ ਚਲੇ ਗਿਆ। ਜਦ ਚਲੇ ਗਿਆ ਦੂਸਰੇ ਦਿਨ ਹੀ ਉਹ ਫਿਰ ਆ ਗਿਆ। ਆ ਕੇ ਸੰਤ ਗੁਰਕਿਰਪਾਲ ਸਿੰਘ ਨੂੰ ਕਹਿਣ ਲੱਗਾ, ਕਹਿੰਦਾ ਜੀ ਇੱਕ ਮਿੰਟ ਆ ਜਾਓ, ਮੇਰੀ ਗੱਲ ਸੁਣੋ। ਇਹ ਜਦ ਕੋਲ ਆਏ ਉਸਨੇ ਕੀ ਕੀਤਾ, ਭਗਵਾਂ ਕੱਪੜਿਆਂ ਦੇ ਵਿੱਚੋਂ ਇੱਕ ਗੱਠ ਜਿਹੀ ਖੋਲ੍ਹੀ। ਉਸ ਗੱਠ ਦੇ ਵਿੱਚੋਂ 100 ਦੀਆਂ ਥੱਦੀਆਂ ਕੱਢੀਆਂ, ਕੱਢ ਕੇ ਅਤੇ ਸੰਤ ਗੁਰਕਿਰਪਾਲ ਸਿੰਘ ਉਹਨਾਂ ਦੇ ਅੱਗੇ ਰੱਖ ਦਿੱਤੀਆਂ। ਕਹਿਣ ਲੱਗਾ, ਲਓ ਜੀ ਆਹ ਤੁਸੀਂ ਪੈਸੇ ਆਪਣੇ ਪਾਸ ਰੱਖੋ, ਇਹਦੇ ਵਿੱਚੋਂ 200 ਰੁਪਏ ਦੀ ਜਿਹੜੀ ਮੈਂ ਸਮੱਗਰੀ ਹੈਗੀ ਜਿਹੜੀ ਤੁਹਾਨੂੰ ਕਹੀ ਆ ਉਹ ਤੁਸੀਂ ਜਾ ਕੇ ਦੁਕਾਨੇ ਲੈ ਆਓ ਅਤੇ ਬਾਕੀ ਜੋ ਬਚਦੇ ਪੈਸੇ ਆ ਇਹ ਤੁਸੀਂ ਲੰਗਰ ਪਾਣੀ 'ਚ ਜਿਹੜੇ ਹੈਗੇ ਉਹ ਵਰਤਾ ਦਿਓ। ਇੰਨੀ ਗੱਲ ਹੋਈ ਤਾਂ ਸੰਤ ਗੁਰਕਿਰਪਾਲ ਸਿੰਘ ਜਿਹੜੀ ਸੀ ਉਹਦੇ ਮੂੰਹ ਵੱਲ ਦੇਖਣ ਲੱਗ ਪਏ। ਉਹਨੂੰ ਕਹਿਣ ਲੱਗੇ, ਕਹਿੰਦੇ ਬਈ ਗੱਲ ਇੱਕ ਹੈਗੀ ਆ ਵੀ ਤੂੰ ਮੈਨੂੰ ਇਸ ਮਾਇਆ ਦੇ ਵਿੱਚ ਕਾਹਨੂੰ ਉਲਝਾਉਂਦਾ ਹੈਗਾ? ਹਾਂ, ਅਗਰ ਕੁਛ ਦੇਣਾ ਹੀ ਆ ਤਾਂ ਮੈਨੂੰ ਫਿਰ ਬਾਬੇ ਨਾਨਕ ਦੇ ਨਾਮ ਦਾ ਖਜ਼ਾਨਾ ਬਖਸ਼ ਦੇ। ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜਾ ਭਗਵਾਂ ਕੱਪੜਿਆਂ ਵਾਲਾ ਸਾਧ ਸੀਗਾ ਉਹ ਚੁੱਪ ਕਰ ਗਿਆ। ਜਦ ਚੁੱਪ ਕਰ ਗਿਆ ਤਾਂ ਫਿਰ ਉਹ ਕਹਿਣ ਲੱਗਾ, ਬਈ ਇਸ ਮਾਇਆ ਨੂੰ, ਇਸ ਰਸਾਇਣ ਵਿੱਦਿਆ ਜਿਹੜੀ ਮੈਂ ਤੈਨੂੰ ਦੇਣ ਲੱਗਾ ਸੋਨਾ ਬਣਾਉਣ ਦੀ, ਇਹਨੂੰ ਤਾਂ ਜਿਹੜੇ ਹੈਗੇ ਲੋਕੀ ਦੁਨੀਆ ਜਿਹੜੀ ਹੈਗੀ ਉਹ ਤੜਫਦੀ ਹੈਗੀ, ਉਹ ਲੱਭਦੀ ਫਿਰਦੀ ਹੈਗੀ, ਪਰ ਮੈਂ ਤੈਨੂੰ ਜਿਹੜਾ ਇਸ ਕਰਕੇ ਦੇ ਰਿਹਾ ਕਿਉਂਕਿ ਤੂੰ ਮੈਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਹੈਗਾ। ਅਤੇ ਦੂਸਰੀ ਗੱਲ ਇਹ ਹੈ ਵੀ ਇਹੋ ਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ, ਇਸ ਕਰਕੇ ਤੂੰ ਇਸ ਤਰ੍ਹਾਂ ਕਰ, ਇਹ 200 ਰੁਪਏ ਦਾ ਸਮਾਨ ਲੈ ਆ ਅਤੇ ਜਦੋਂ ਤੂੰ ਸਮਾਨ ਲਿਆਊਂਗਾ ਮੈਂ ਤੈਨੂੰ ਜਿਹੜਾ ਹੈਗਾ ਰਸਾਇਣ ਵਿੱਦਿਆ ਦਾ ਨੁਕਸਾ ਤਿਆਰ ਕਰ ਦਿੰਦਾ। ਬਸ 1 ਰਤੀ ਦੀ ਬੂੰਦ ਦੇ ਨਾਲ 1 ਤੋਲਾ ਸੋਨਾ। ਫਿਰ ਕਹਿੰਦੇ ਤੂੰ ਇਸ ਤਰ੍ਹਾਂ ਕਰ, ਇਹ ਸੋਨਾ ਵੇਚ ਕੇ ਫਿਰ ਤੂੰ ਜਿਹੜਾ ਹੈਗਾ ਉਹ ਦਿਨਾਂ ਦੇ ਵਿੱਚ ਹੀ 1000 ਰੁਪਇਆ ਤਾਂ ਲੱਖਾਂ ਰੁਪਇਆ ਜਿਹੜਾ ਹੈਗਾ ਉਹ ਤੇਰੇ ਪਾਸ ਹੋ ਜਾਊਗਾ ਅਤੇ ਤੂੰ ਦਿਨਾਂ 'ਚ ਮਾਲੋ ਮਾਲ ਹੋ ਜਾਊਗਾ। ਜਦ ਇੰਨੀ ਗੱਲ ਹੋਈ ਅਤੇ ਫਿਰ ਸੰਤ ਗੁਰਕਿਰਪਾਲ ਸਿੰਘ ਹੁਣੀ ਰੋਬ 'ਚ ਆ ਗਏ। ਉਹ ਰੋਬ 'ਚ ਆ ਕੇ ਉਹਨੂੰ ਕਹਿਣ ਲੱਗੇ, ਕਹਿੰਦੇ ਦੇਖ ਭਾਈ ਤੂੰ ਸਾਧੂਆਂ ਦੇ ਕੱਪੜੇ ਪਾਏ, ਸਾਧੂਆਂ ਦਾ ਬੇਸ ਪਾਇਆ, ਇਸ ਕਰਕੇ ਮੈਂ ਤੈਨੂੰ ਕੁਛ ਨਹੀਂ ਕਹਿੰਦਾ। ਅਗਰ ਤੂੰ ਆ ਜਿਹੜਾ ਸਾਧੂਆਂ ਦਾ ਪਹਿਰਾਵਾ ਨਾ ਪਾਇਆ ਹੁੰਦਾ ਅਤੇ ਮੈਂ ਤੇਰੇ ਹੁਣੇ ਨੱਕ ਕੰਨ ਜਿਹੜੇ ਵੱਢ ਕੇ ਜਿਹੜੇ ਸੀਗੇ ਇੱਕ ਪਾਸੇ ਕਰ ਦੇਣੇ ਸੀਗੇ। ਜਦ ਇੰਨੀ ਗੱਲ ਹੋਈ ਤਾਂ ਨਾਲ ਹੀ ਸੰਤ ਗੁਰਕਿਰਪਾਲ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਬਾਈ ਤੈਂ ਪ੍ਰਸ਼ਾਦਾ ਛਕ ਲਿਆ, ਹੁਣ ਤੂੰ ਆਪਣੇ ਆਰਾਮ ਨਾਲ ਜਾ ਸਕਦਾ ਹੈਗਾ ਅਤੇ ਆਪਣੇ ਪੈਸੇ ਤਾਂ ਜੋ ਵੀ ਆਪਣਾ ਸਮਾਨ ਹੈ ਇੱਥੋਂ ਲੈ ਜਾ ਅਤੇ ਹੋਰ ਜਿਹਨੂੰ ਮਰਜ਼ੀ ਜਾ ਕੇ ਦੇ ਦੇ, ਪਰ ਤੈਂ ਮੁੜ ਕੇ ਇਹੋ ਜਿਹੀ ਗੱਲ ਸਾਡੇ ਪਾਸ ਨਹੀਂ ਕਰਨੀ। ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜਾ ਸਾਧੂ ਮੰਜੇ 'ਤੇ ਬੈਠਾ ਸੀਗਾ ਉਹ ਯਕਦਮ ਤਬ ਕੇ ਉੱਠਿਆ। ਉੱਠ ਕੇ ਉਹਨੇ ਸੰਤ ਗੁਰਕਿਰਪਾਲ ਸਿੰਘ ਹੁਣਾਂ ਦੇ ਚਰਨ ਫੜ ਲਏ। ਜਦ ਚਰਨ ਫੜ ਲਏ ਤਾਂ ਮਹਾਂਪੁਰਖ ਜਿਹੜੇ ਸੀਗੇ ਉਹ ਚਰਨ ਛਡਾਉਣ ਪਰ ਉਹ ਛੱਡੇ ਨਾ ਅਤੇ ਬਾਬਾ ਜੀ ਕਹਿਣ ਲੱਗੇ, ਚੱਲ ਠੀਕ ਆ, ਅੱਜ ਤੋਂ ਬਾਅਦ ਤੂੰ ਇਸ ਤਰ੍ਹਾਂ ਕਰਨੀ ਆ, ਮੁੜ ਕੇ ਸਾਡੇ ਪਾਸ ਨਹੀਂ ਆਉਣਾ, ਅਗਰ ਆਉਣਾ ਹੈ ਤਾਂ ਇਹੋ ਜਿਹੀ ਗੱਲ ਨਹੀਂ ਕਰਨੀ। ਜਦ ਇੰਨੀ ਗੱਲ ਹੋਈ ਤਾਂ ਉਹ ਸਾਧ ਫਿਰ ਜਾਂਦਾ ਜਾਂਦਾ ਕਹਿਣ ਲੱਗ ਪਿਆ, ਕਹਿੰਦਾ ਵੀ ਮੈਂ ਸਾਰੇ ਪਾਸੇ ਘੁੰਮ ਕੇ ਦੇਖਦਾ ਹੈਗਾ
ਪਰ ਜਿੱਥੇ ਕੋਈ ਗੁਰੂ ਨਾਨਕ ਦਾ ਸਿੱਖ ਮੈਨੂੰ ਮਿਲ ਜਾਂਦਾ ਹੈ ਨਾ, ਬਾਬੇ ਨਾਨਕ ਦੇ ਸਿੱਖ ਨੇ ਕਹਿੰਦੇ ਮੇਰੇ ਸਿਰ 'ਤੇ ਸਵਾਈ ਪਾਈ ਆ। ਜਦ ਇੰਨੀ ਗੱਲ ਹੋਈ ਆ, ਉਹ ਜਿਹੜਾ ਸਾਧੂ ਸੀਗਾ ਜਿਉਂ ਹੀ ਬੂਹੋਂ ਬਾਹਰ ਨਿਕਲਿਆ ਉਹ ਗਾਇਬ ਹੋ ਗਿਆ। ਜਦ ਉਹ ਅਦ੍ਰਿਸ਼ ਹੋ ਗਿਆ, ਗਾਇਬ ਹੋ ਗਿਆ, ਤੇ ਫਿਰ ਸੰਤ ਗੁਰਕਿਰਪਾਲ ਸਿੰਘ ਹੁਣੀ ਸਮਝ ਗਏ ਵੀ ਇਹ ਤਾਂ ਹੈ ਨਾ ਮਾਇਆ ਦਾ ਛਲ ਸੀਗਾ। ਤੇ ਫਿਰ ਮਨ ਦੇ ਵਿੱਚ ਹੱਥ ਜੋੜ ਕੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ ਦਾ ਧਿਆਨ ਧਰਿਆ। ਧਿਆਨ ਧਰ ਕੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਆਪ ਨੇ ਮੈਨੂੰ ਇਸ ਮਾਇਆ ਦੇ ਛਲ ਦੇ ਵਿੱਚੋਂ ਬਚਾ ਲਿਆ ਹੈ। ਸੋ ਇਸ ਤਰ੍ਹਾਂ ਕਰਕੇ ਹੈ ਨਾ ਉਹਨਾਂ ਦਾ ਧੰਨਵਾਦ ਕਰਨ ਲੱਗੇ। ਅਤੇ ਨਾਲ ਹੀ ਜਿਹੜੇ ਸੀਗਾ ਮਨ 'ਚ ਕੀਤਾ ਕਿ ਹੁਣ ਮੈਂ ਨਾਨਕਸਰ ਜਾ ਕੇ ਦੁਬਾਰਾ ਫਿਰ ਮਹਾਂਪੁਰਖਾਂ ਦੇ ਦਰਸ਼ਨ ਕਰਿਆ ਵਾਂ। ਉਸ ਤੋਂ ਬਾਅਦ ਫਿਰ ਇਹਨਾਂ ਨੇ ਨਾ ਆਪਣੇ ਮਿੱਤਰ ਜਿਹੜੇ ਲਹੀਰੀ ਸੀਗੇ ਉਹਨਾਂ ਨੂੰ ਬੁਲਾਇਆ ਅਤੇ ਆਪ ਦੋਨਿਆਂ ਨੇ ਇਕੱਠੇ ਹੋ ਕੇ ਨਾ ਫਿਰ ਨਾਨਕਸਰ ਪਹੁੰਚੇ ਆ। ਜਦ ਨਾਨਕਸਰ ਪਹੁੰਚੇ ਆ ਅਤੇ ਫਿਰ ਉੱਥੋਂ ਪਤਾ ਲੱਗਾ ਕਿ ਬਾਬਾ ਈਸ਼ਰ ਸਿੰਘ ਜਿਹੜੇ ਆ ਝੋਰੜੇ ਚਲੇ ਗਏ। ਜਾਂ ਝੋਰੜੇ ਚਲੇ ਗਏ ਅਤੇ ਉੱਥੋਂ ਜਦੋਂ ਤੰਗਾ ਕਰਕੇ ਜਿਹੜੇ ਸੀ ਅੱਗੇ ਜਾਣ ਲੱਗੇ ਤਾਂ ਮਨ ਦੇ ਵਿੱਚ ਜਿਹੜੀ ਸੀ ਇਹ ਸੋਚਣ ਲੱਗੇ ਵੀ ਅਸੀਂ ਝੋਰੜੇ ਕਦੀ ਗਏ ਨਹੀਂ, ਸਾਨੂੰ ਰਸਤੇ ਦਾ ਪਤਾ ਨਹੀਂਗਾ ਵੀ ਅਸੀਂ ਉੱਥੇ ਪਹੁੰਚਾਂਗੇ ਕਿਵੇਂ। ਜਦੋਂ ਇਹਨਾਂ ਦੇ ਮਿੱਤਰ ਲਹਿਰੀ ਅਤੇ ਸੰਤ ਗੁਰਕਿਰਪਾਲ ਸਿੰਘ ਆਪਸ ਵਿੱਚ ਗੱਲਬਾਤ ਕਰਦੇ ਸੀਗੇ, ਉਸੇ ਟਾਈਮ ਇੱਕ ਹੈ ਨਾ ਸਿੰਘ ਫੌਜੀ ਜਿਹੜਾ ਸੀਗਾ ਉਹ ਤਾਂਗੇ 'ਚ ਚੜ੍ਹਿਆ। ਉਹਨੇ ਆਪਣੀ ਦਾੜੀ ਬੰਨੀ ਹੋਈ ਸੀ, ਖਾਕੀ ਵਰਦੀ ਪਾਈ ਹੋਈ ਸੀ, ਅਤੇ ਜਦ ਕੋਲ ਬੈਠਾ ਤਾਂ ਕੋਲ ਬੈਠਾ ਉਹਨਾਂ ਨੂੰ ਕਹਿਣ ਲੱਗਾ, ਕਹਿੰਦੇ ਬਾਦਸ਼ਾਹ ਤੁਸੀਂ ਫਿਕਰ ਕਾਹਦਾ ਕਰਦੇ ਆ, ਮੈਂ ਤੁਹਾਨੂੰ ਝੋਰੜੀ ਲੈ ਜਾਊਂਗਾ, ਤੁਸੀਂ ਚਿੰਤਾ ਨਾ ਕਰੋ। ਜਦ ਇੰਨੀ ਗੱਲ ਹੋਈ ਤਾਂ ਇਹਨਾਂ ਨੇ ਪੁੱਛਿਆ ਵੀ ਤੂੰ ਝੋਰੜੀ ਅੱਗੇ ਗਿਆ, ਤੈਨੂੰ ਪਤਾ ਹੈਗਾ? ਉਹ ਫਿਰ ਫੌਜੀ ਸਿੰਘ ਕਹਿਣ ਲੱਗਾ, ਕਹਿੰਦਾ ਵੀ ਮੈਨੂੰ ਪਤਾ ਤਾਂ ਨਹੀਂ, ਮੈਂ ਗਿਆ ਤਾਂ ਨਹੀਂ, ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਨੂੰ ਝੋਰੜੀ ਪਹੁੰਚਾ ਕੇ ਹਟੂੰਗਾ। ਜਦ ਇੰਨੀ ਗੱਲ ਹੋਈ ਅਤੇ ਸੰਤ ਗੁਰਕਿਰਪਾਲ ਸਿੰਘ ਹੋਣੇ ਅਤੇ ਇਹਨਾਂ ਦੇ ਮਿੱਤਰ ਲਹਿਰੀ ਜੀ ਚੁੱਪ ਕਰ ਗਏ। ਉਹ ਇਹਨਾਂ ਨੇ ਕੀਤਾ ਜਿਹੜਾ ਤੂੰ ਤਾਂਗਾ ਛੱਡ ਦਿੱਤਾ। ਉਹ ਫੌਜੀ ਅੱਗੇ ਅੱਗੇ ਤੁਰ ਪਿਆ ਅਤੇ ਪਿੱਛੇ ਪਿੱਛੇ ਤੁਰ ਪਿਆ। ਜਦ ਉਹ ਅੱਗੇ ਅੱਗੇ ਤੁਰਿਆ ਅਤੇ ਇਹਨੇ ਕੀ ਦੇਖਿਆ ਕਿ ਉਹ ਥੋੜ੍ਹੀ ਦੂਰ ਜਾ ਕੇ ਹੈ ਨਾ ਇੱਕ ਲੀਰ ਚੁੱਕ ਲਿਆ ਕਰੇ, ਇੱਕ ਚੀਜ਼ ਚੁੱਕਿਆ ਕਰੇ ਧਰਤੀ ਤੋਂ ਤਾਂ ਆਪਣੀ ਜੇਬ 'ਚ ਪਾ ਲਿਆ ਕਰੇ, ਫੇਰ ਅੱਗੇ ਜਾਇਆ ਕਰੇ, ਫੇਰ ਉਹ ਇੱਕ ਕੱਪੜੇ ਦੀ ਥੋੜ੍ਹੀ ਲੀਰ ਜਿਹੀ ਚੁੱਕਿਆ ਕਰੇ ਅਤੇ ਫੇਰ ਆਪਣੀ ਜੇਬ 'ਚ ਪਾ ਲਿਆ ਕਰੇ। ਇਸ ਤਰ੍ਹਾਂ ਜਦੋਂ ਉਹਨੇ 5-6 ਵਾਰੀ ਕੀਤਾ ਅਤੇ ਸੰਤ ਗੁਰਕਿਰਪਾਲ ਸਿੰਘ ਹੁਣਾਂ ਨੂੰ ਪੁੱਛਿਆ, ਕਹਿੰਦੇ ਭਾਈ ਤੂੰ ਧਰਤੀ ਤੋਂ ਕੀ ਚੁੱਕਦਾ ਹੈਗਾ? ਉਹ ਫੌਜੀ ਸਿੰਘ ਜਿਹੜਾ ਸੀਗਾ ਮੁਸਕਰਾ ਪਿਆ, ਕਹਿਣ ਲੱਗਾ ਵੀ ਆਪ ਤੋਂ ਕੀ ਲੁਕਾਉਣਾ ਹੈਗਾ, ਇਹ ਨੀਲੇ ਰੰਗ ਦੇ ਕੱਪੜੇ ਹੈਗੇ ਆ, ਲੀਰਾਂ ਹੈਗੀਆਂ। ਇਹ ਜਿਹੜੇ ਨੀਲੇ ਰੰਗ ਦੇ ਕੱਪੜੇ ਇਸ ਗੱਲ ਦੀ ਨਿਸ਼ਾਨੀ ਹੈਗੀ ਆ ਕਿ ਆਪਾਂ ਹੈ ਨਾ ਝੋਰੜੀ ਸਾਹਿਬ ਦਾ ਜਿਹੜਾ ਨਿਸ਼ਾਨ ਹੈਗਾ ਬਿਲਕੁਲ ਪਗਡੰਡੀ ਸਿੱਧੀ ਜਾ ਰਹੇ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਸੰਤ ਲਹਿਰੀ ਜੀ ਅਤੇ ਸੰਤ ਗੁਰਕਿਰਪਾਲ ਸਿੰਘ ਹੁਣ ਇੱਕ ਦੂਜੇ ਦੇ ਮੂੰਹ ਵੱਲ ਦੇਖਣ। ਉਹ ਕਹਿਣ ਲੱਗੇ ਵੀ ਇਹ ਲੀਰਾਂ ਕੌਣ ਸੱਟ ਗਿਆ ਹੈਗਾ ਇਸ ਰਸਤੇ 'ਚ? ਜਦ ਇੰਨੀ ਗੱਲ ਹੋਈ ਤਾਂ ਫੌਜੀ ਕਹਿਣ ਲੱਗਾ, ਕਹਿੰਦਾ ਸਿੱਟਣੀਆਂ ਕਿਹਨੇ ਆ? ਇਹ ਹੈ ਨਾ ਜਿਹੜੇ ਸ਼ਹੀਦ ਸਿੰਘ ਹੈਗੇ ਆ ਉਹ ਸਾਨੂੰ ਰਸਤਾ ਦਿਖਾਉਣ ਵਾਸਤੇ ਜਿਹੜੀਆਂ ਹੈਗੀਆਂ ਸਾਡੇ ਮੋਰੇ ਉਹ ਨੀਲੇ ਰੰਗ ਦੀਆਂ ਲੀਰਾਂ ਜਿਹੜੀਆਂ ਹੈ ਨਿਸ਼ਾਨੀ ਵਜੋਂ ਸੱਟ ਗਏ ਆ। ਜਦ ਇਹ ਗੱਲ ਹੋਈ ਤਾਂ ਫਿਰ ਸੰਤ ਗੁਰਕਿਰਪਾਲ ਸਿੰਘ ਹੁਣਾਂ ਨੇ ਉਹਨੂੰ ਪੁੱਛਿਆ, ਕਹਿੰਦੇ ਵੀ ਭਾਈ ਇਹ ਦੱਸ ਤੂੰ ਕੌਣ ਆ? ਜਦ ਇੰਨੀ ਗੱਲ ਹੋਈ ਤਾਂ ਉਹ ਫੌਜੀ ਜਿਹੜਾ ਮੁਸਕਰਾਇਆ ਕਹਿਣ ਲੱਗਾ, ਕਹਿੰਦੇ ਮਹਾਂਪੁਰਖ ਤੁਸੀਂ ਮੇਰੇ ਤੋਂ ਕੀ ਲੈਣਾ, ਬਸ ਤੁਹਾਨੂੰ ਤਾਂ ਝੋਰੜੀ ਜਾਣ 'ਤੇ ਮਤਲਬ ਹੈਗਾ, ਬਸ ਤੁਸੀਂ ਮੇਰੇ ਪਿੱਛੇ ਆ ਜਾਓ ਤਾਂ ਮੈਂ ਤੁਹਾਨੂੰ ਪਹੁੰਚਾ ਦਿੰਦਾ। ਜਦ ਇਸ ਤਰ੍ਹਾਂ ਜਿਹੜੇ ਸੀ ਉਹਨੇ ਗੱਲਾਂ ਕੀਤੀਆਂ ਤਾਂ ਉਹ ਅੱਗੇ ਨੂੰ ਤੁਰ ਪਿਆ ਅਤੇ ਇਹ ਦੋਨੇ ਜਣੇ ਜਦ ਪਿੱਛੇ ਗਏ ਅਤੇ ਉੱਥੇ ਝੋਰੜੀ ਪਹੁੰਚ ਗਏ। ਜਦ ਉੱਥੇ ਝੋਰੜੀ ਪਹੁੰਚੇ ਤਾਂ ਉੱਥੇ ਇੱਕ ਤਲਾਅ ਦੇ ਵਿੱਚ ਹੈ ਨਾ ਉਹ ਜਿਹੜਾ ਫੌਜੀ ਸਿੰਘ ਸੀਗਾ ਉਹ ਇਸ਼ਨਾਨ ਕਰਨ ਲੱਗ ਪਿਆ। ਜਦ ਇਸ਼ਨਾਨ ਕਰਨ ਲੱਗ ਪਿਆ ਅਤੇ ਫਿਰ ਇਹਨਾਂ ਨੇ ਜਿਹੜੇ ਸੇਵਕ ਸੀਗਾ ਉਹਨੂੰ ਪੁੱਛਿਆ ਵੀ ਮਹਾਂਪੁਰਖ ਕਿੱਥੇ ਆ? ਅਤੇ ਫਿਰ ਜਦ ਇੰਨੀ ਗੱਲ ਹੋਈ ਤਾਂ ਸੇਵਕ ਕਹਿਣ ਲੱਗਾ ਕਿ ਬਾਬਾ ਈਸ਼ਰ ਸਿੰਘ ਜੀ ਦਾ ਇਸ ਟਾਈਮ ਦੀਵਾਨ ਦੇ ਵਿੱਚ ਆ, ਪਰ ਹੁਣ ਦੀਵਾਨ ਦੀ ਸਮਾਪਤੀ ਹੋਣ ਵਾਲੀ ਆ ਅਤੇ ਬਾਬਾ ਜੀ ਜਿਹੜੇ ਉਹ ਆਪਣੇ ਕਮਰੇ 'ਚ ਜਾਣ ਹੀ ਵਾਲੇ ਆ, ਤਦ ਤੱਕ ਤੁਸੀਂ ਥੋੜ੍ਹਾ ਇੰਤਜ਼ਾਰ ਕਰ ਲਓ। ਇਸ ਕਰਕੇ ਸੰਤ ਗੁਰਕਿਰਪਾਲ ਸਿੰਘ ਹੋਣੀ ਅਤੇ ਲਹਿਰੀ ਜੀ ਇਹ ਜਿਹੜੇ ਦੋਨੇ ਸੀਗੇ ਜਿਹੜੇ ਸੀਗੇ ਉੱਥੇ ਇੱਕ ਪਾਸੇ ਬੈਠ ਗਏ। ਉਹ ਜਿਹੜਾ ਫੌਜੀ ਜਦੋਂ ਇਸ਼ਨਾਨ ਕਰਨ ਲੱਗਾ ਉਹਨੂੰ ਦੇਖਣ ਲੱਗ ਪਏ। ਦੇਖਦੇ ਦੇਖਦੇ ਜਦੋਂ ਉਸ ਫੌਜੀ ਨੇ ਜਿਹੜੀ ਸੀ ਫੌਜੀ ਵਰਦੀ ਲਈ ਜਦ ਕੀ ਦੇਖਿਆ, ਉਹਦੇ ਸਰੀਰ ਦੇ ਵਿੱਚੋਂ ਸੁਨਹਿਰੀ ਰੰਗ ਦਾ ਪ੍ਰਕਾਸ਼ ਨਿਕਲਿਆ। ਅਤੇ ਉਹ ਜਦੋਂ ਪ੍ਰਕਾਸ਼ ਨਿਕਲਿਆ ਅਤੇ ਦੇਖ ਕੇ ਹੈਰਾਨ ਹੋ ਗਏ ਵੀ ਇਹਦੇ ਸਰੀਰ ਦੇ ਵਿੱਚੋਂ ਸੁਨਹਿਰੀ ਰੰਗ ਦੀਆਂ ਕਿਰਨਾਂ ਔਰ ਬਹੁਤ ਸੁੰਦਰ ਪ੍ਰਕਾਸ਼ ਹੈਗਾ, ਇਹ ਫੌਜੀ ਕੌਣ ਹੋ ਸਕਦਾ? ਹਜੇ ਦੇਖ ਹੀ ਰਹੇ ਸੀ, ਇਹਨਾਂ ਨੂੰ ਇੱਕ ਸੇਵਕ ਆ ਗਿਆ। ਉਹ ਸੇਵਕ ਆ ਕੇ ਸੰਤ ਗੁਰਕਿਰਪਾਲ ਸਿੰਘ ਹੁਣਾਂ ਨੂੰ ਕਹਿਣ ਲੱਗਾ, ਕਹਿੰਦਾ ਕਿ ਬਾਬਾ ਈਸ਼ਰ ਸਿੰਘ ਹੁਣਾਂ ਨੇ ਤੁਹਾਨੂੰ ਹੈ ਨਾ ਅੰਦਰ ਆਵਾਜ਼ ਮਾਰੀ ਆ ਅਤੇ ਤੁਸੀਂ ਪਹੁੰਚ ਜਾਓ। ਇਹ ਜਿਹੜਾ ਸੀਗਾ ਇਹ ਹੁਕਮ ਮੰਨ ਕੇ ਜਦ ਬਾਬਾ ਈਸ਼ਰ ਸਿੰਘ ਦੇ ਚਰਨਾਂ 'ਚ ਗਏ ਅਤੇ ਬਾਬਾ ਜੀ ਨੂੰ ਮੱਥਾ ਟੇਕਿਆ। ਬਾਬਾ ਜੀ ਨੇ ਇਹਨਾਂ ਦੀ ਸੁੱਖ ਸ਼ਾਂਤ ਪੁੱਛੀ। ਸੁੱਖ ਸ਼ਾਂਤ ਪੁੱਛਣ ਤੋਂ ਬਾਅਦ ਅਤੇ ਬਾਬਾ ਜੀ ਨੇ ਇਹਨਾਂ ਨੂੰ ਪੁੱਛਿਆ ਕਿ ਹੋਰ ਸੁਣਾਓ ਕੀ ਗੱਲ ਆ? ਅਤੇ ਫਿਰ ਸੰਤ ਗੁਰਕਿਰਪਾਲ ਸਿੰਘ ਹੁਣਾਂ ਨੇ ਜਿਹੜੀ ਸੀ ਉਹ ਸਾਧੂ ਭਗਵੇਂ ਕੱਪੜਿਆਂ ਵਾਲੇ ਦੀ ਖੇਡ ਕਿ ਕਿਵੇਂ ਜਿਹੜਾ ਹੈਗਾ ਉਹ ਰਸਾਇਣ ਵਿੱਦਿਆ ਦੇਣ ਦਾ ਉਹਨੇ ਸਾਨੂੰ ਯਤਨ ਕੀਤਾ ਸੀਗਾ ਕਿ ਉਹ ਇੱਕ ਰਤੀ ਤੋਂ ਜਿਹੜਾ ਸੀਗਾ 1 ਤੋਲਾ ਸੋਨਾ ਬਣਾਉਣ ਦੀ ਕਿਰਿਆ ਸਾਨੂੰ ਦੱਸਦਾ ਸੀਗਾ। ਅਤੇ ਫਿਰ ਮੁੜ ਕੇ ਫੌਜੀ ਸਿੰਘ ਦੀ ਜਦੋਂ ਗੱਲਬਾਤ ਕੀਤੀ ਤਾਂ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀ ਉਹ ਬਹੁਤ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਇਹ ਸਾਰੀਆਂ ਨਿਰੰਕਾਰ ਦੀਆਂ ਖੇਡਾਂ ਹੈਗੀਆਂ। ਹਾਂ ਇੰਨਾ ਜ਼ਰੂਰ ਹੈ ਕਿ ਤੁਸੀਂ ਵਧਾਈ ਦੇ ਪਾਤਰ ਹੋ ਭਗਤ ਜੀ,
ਸੰਤ ਗੁਰਕਿਰਪਾਲ ਸਿੰਘ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਏ ਹੋ। ਜਦ ਇੰਨੀ ਗੱਲ ਹੋਈ ਹੈ ਤੇ ਫਿਰ ਜਿਹੜੇ ਸੀਗੇ ਸੰਤ ਲਹਿਰੀ ਜੀ ਤੇ ਸੰਤ ਗੁਰਕਿਰਪਾਲ ਸਿੰਘ ਹੁਣੀ ਜਿਹੜੇ ਸੀਗੇ ਉਹ ਮਨ ਹੀ ਮਨ ਬੜੇ ਪ੍ਰਸੰਨ ਹੋਏ ਤੇ ਬਾਬਾ ਜੀ ਦੇ ਮੂਹਰੇ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਜੀ ਇਹ ਸਭ ਆਪ ਜੀ ਦੀ ਕਿਰਪਾ ਹੈਗੀ ਆ, ਆਪ ਜੀ ਨੇ ਕਿਰਪਾ ਕੀਤੀ, ਤਦ ਇਹ ਕੌਤਕ ਵੀ ਆਪ ਦੇ ਰਚੇ ਆ ਤੇ ਕਿਰਪਾ ਵੀ ਆਪ ਦੀ, ਤੇ ਆਪ ਨੇ ਸਾਨੂੰ ਪਾਸ ਕਰਾਇਆ ਹੈਗਾ। ਜਦ ਇੰਨੀ ਗੱਲ ਹੋਈ ਤੇ ਫਿਰ ਬਾਬਾ ਜੀ ਚੁੱਪ ਕਰ ਗਏ। ਉਸ ਤੋਂ ਬਾਅਦ ਫਿਰ ਜਦ ਰਾਤ ਦਾ ਦੀਵਾਨ ਹੋਇਆ, ਦੋਨਾਂ ਨੇ ਰਾਤ ਦਾ ਦੀਵਾਨ ਸੁਣਿਆ। ਸਵੇਰੇ ਅੰਮ੍ਰਿਤ ਵੇਲੇ ਜਿਹੜੇ ਸੀ ਦੋਨੇ ਮੁੜ ਕੇ ਆਪਣੇ ਪਿੰਡ ਜਿਹੜੇ ਸੀ ਉਹ ਵਾਪਸ ਆ ਗਏ। ਸੋ ਦਾਸ ਇੰਨੇ ਹੀ ਵਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।